ਜੀ ਆਇਆਂ ਨੂੰ ਪਿਆਰੇ ਵਿਦਿਆਰਥੀਓ। 7ਵੀਂ ਜਮਾਤ ਦੀ ਗਣਿਤ ਦੀ ਕਿਤਾਬ ਦਾ ਪਾਠ ਪਹਿਲਾ, ਜਿਸ ਦਾ ਸਿਰਲੇਖ ਹੈ ਸੰਪੂਰਨ ਸੰਖਿਆਵਾਂ। ਇਸ ਪਾਠ ਵਿੱਚ ਆਈ ਜਿਹੜੀ ਗਣਿਤ ਦੀ ਸ਼ਬਦਾਵਲੀ ਹੈ ਉਹਦੇ ਨਾਲ ਤੁਹਾਡੀ ਜਾਣ ਪਛਾਣ ਕਰਾਵਾਂਗੇ, ਕਿਉਂਕਿ ਹਰ ਵਿਸ਼ੇ ਦੀ ਆਪਣੀ ਇੱਕ ਸ਼ਬਦਾਵਲੀ ਹੁੰਦੀ ਹੈ ਤੇ ਉਸ ਸ਼ਬਦਾਵਲੀ ਦੇ ਜਿਹੜੀ ਪਰਿਭਾਸ਼ਾਵਾਂ ਨੇ, ਅਰਥ ਨੇ ਤੇ ਗਣਿਤ ਦੇ ਕੋਈ ਸਿਧਾਂਤ ਨੇ, ਉਹਦੇ ਬਾਰੇ ਵਿਸਥਾਰ ਦੇ ਨਾਲ ਤੁਹਾਨੂੰ ਸਮਝਾਇਆ ਜਾਵੇਗਾ। ਬੜੀ ਹੀ ਮਹੱਤਵਪੂਰਨ ਗੱਲਾਂ ਨੇ ਬੱਚਿਓ ਇਹ ਵਾਲੀਆਂ। ਜੇ ਤੁਸੀਂ ਗਣਿਤ ਦੀ ਸ਼ਬਦਾਵਲੀ ਨਾਲ ਜਾਣ ਪਛਾਣ ਕਰਾ ਲਈ, ਉਹਦੀ ਇੱਕੋਦਮ ਜਿਹੜੀ ਦਰੁਸਤ ਪਰਿਭਾਸ਼ਾ ਹੈ ਉਹ ਸਮਝ ਲਈ ਤੇ ਸਿਧਾਂਤ ਸਮਝ ਲਏ, ਤੇ ਤੁਹਾਡੇ ਲਈ ਫਿਰ ਸਵਾਲਾਂ ਨੂੰ ਪੜ੍ਹ ਕੇ ਸਮਝਣਾ ਅਤੇ ਕਰਨਾ ਬਹੁਤ ਜ਼ਿਆਦਾ ਸੌਖਾ ਹੋ ਜਾਏਗਾ। ਸੋ ਤੁਸੀਂ ਸਾਰੇ ਨੋਟਬੁੱਕ ਅਤੇ ਪੈਨ ਲੈ ਲਓ ਤੇ ਇਹ ਸਾਰੀ ਗੱਲਾਂ ਨੂੰ ਵੀਡੀਓ ਪੌਜ਼ ਕਰ ਕਰਕੇ ਨੋਟ ਡਾਊਨ ਕਰ ਲਓ ਤੇ ਇਹ ਪਰਿਭਾਸ਼ਾਵਾਂ ਜਿਹੜੀਆਂ ਨੇ ਇਹਨਾਂ ਨੂੰ ਕੰਠ ਕਰ ਲਓ। ਸ਼ਬਦਾਵਲੀ ਨੂੰ ਬਾਰ-ਬਾਰ ਪੜ੍ਹ ਕੇ ਆਪਣੇ ਮੂੰਹ ਤੇ ਚਾੜ ਲਓ। ਜਿਵੇਂ ਅਸੀਂ ਆਮ ਪੰਜਾਬੀ ਦੀਆਂ ਵਸਤੂਆਂ ਬਾਰੇ ਜਾਣਦੇ ਹਾਂ, ਗੱਲਾਂ ਬਾਰੇ ਜਾਣਦੇ ਹਾਂ, ਇਸੇ ਤਰ੍ਹਾਂ ਜਦੋਂ ਬਾਰ-ਬਾਰ ਪੜ੍ਹੋਗੇ ਤੇ ਤੁਹਾਡੇ ਇਹ ਜਿਹੜੀ ਸ਼ਬਦਾਵਲੀ ਇਹ ਮੂੰਹ ਤੇ ਚੜ ਜਾਏਗੀ। ਸੋ ਆਓ ਸ਼ੁਰੂ ਕਰੀਏ। ਸੋ ਬੱਚੋ, ਪਹਿਲੇ ਮੈਂ ਜਿਹੜੀਆਂ ਸ਼ਬਦਾਵਲੀ ਹੈ ਉਹਦੀ ਮੈਂ ਇੱਕ ਸੂਚੀ ਬਣਾ ਦਿੱਤੀ ਹੈ ਤੇ ਨਾਲ ਉਹਦੇ ਪੈਰਲਲ ਉਹਨੂੰ ਅੰਗਰੇਜ਼ੀ ਵਿੱਚ ਕੀ ਕਹਿੰਦੇ ਨੇ ਉਹ ਵੀ ਲਿਖ ਦਿੱਤਾ ਹੈ। ਇਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ, ਕਿਉਂਕਿ ਹੋ ਸਕਦਾ ਅੱਗੇ 8ਵੀਂ 9ਵੀਂ 'ਚ ਜਾ ਕੇ ਜਾਂ 10ਵੀਂ ਤੋਂ ਬਾਅਦ ਤੁਸੀਂ ਜੇ ਗਣਿਤ ਲਓ ਤੇ ਤੁਸੀਂ ਅੰਗਰੇਜ਼ੀ ਮੀਡੀਅਮ 'ਚ ਲੈ ਲਓ, ਤੁਹਾਡੀ ਇੱਛਾ ਹੈ ਤੇ ਉਹਦੇ ਬਾਰੇ ਜਾਣਕਾਰੀ ਹੋਣੀ ਕੋਈ ਮਾੜੀ ਗੱਲ ਨਹੀਂ। ਪ੍ਰਾਕ੍ਰਿਤਿਕ ਸੰਖਿਆਵਾਂ ਨੂੰ ਅਸੀਂ ਨੈਚੁਰਲ ਨੰਬਰਸ ਕਹਿੰਦੇ ਹਾਂ, ਪੂਰਨ ਸੰਖਿਆਵਾਂ ਨੂੰ ਹੋਲ ਨੰਬਰਸ ਕਹਿੰਦੇ ਹਾਂ, ਸੰਪੂਰਨ ਸੰਖਿਆਵਾਂ ਨੂੰ ਇੰਟੀਜਰਸ ਕਹਿੰਦੇ ਹਾਂ, ਰਿਣਾਤਮਕ ਸੰਖਿਆਵਾਂ ਨੂੰ ਨੈਗੇਟਿਵ ਇੰਟੀਜਰਸ ਕਹਿੰਦੇ ਹਾਂ, ਧਨਾਤਮਕ ਸੰਖਿਆਵਾਂ ਨੂੰ ਪੋਜ਼ਿਟਿਵ ਇੰਟੀਜਰਸ ਕਹਿੰਦੇ ਹਾਂ, ਸੰਖਿਆ ਰੇਖਾ ਨੂੰ ਨੰਬਰ ਲਾਈਨ ਕਹੀਦਾ ਹੈ, ਨਿਰਪੇਖ ਮੁੱਲ ਨੂੰ ਐਬਸੋਲਿਊਟ ਵੈਲਿਊ ਕਹੀਦਾ ਹੈ, ਜਿਸਤ ਸੰਪੂਰਨ ਸੰਖਿਆਵਾਂ ਨੂੰ ਈਵਨ ਇੰਟੀਜਰਸ ਕਹਿੰਦੇ ਹਾਂ, ਟਾਂਕ ਸੰਪੂਰਨ ਸੰਖਿਆਵਾਂ ਨੂੰ ਔਡ ਇੰਟੀਜਰਸ ਕਹਿੰਦੇ ਹਾਂ। ਅਗੇਤਰ ਨੂੰ ਸਕਸੈਸਰ ਕਹਿੰਦੇ ਹਾਂ, ਪਿਛੇਤਰ ਪ੍ਰੀਡੈਸੈਸਰ, ਵੱਧਦਾ ਕਰਮ ਅਸੈਂਡਿੰਗ ਆਰਡਰ, ਘਟਦਾ ਕਰਮ ਡਿਸੈਂਡਿੰਗ ਆਰਡਰ, ਜੋੜਾਤਮਕ ਤਤਸਮਕ ਐਡੀਟਿਵ ਆਈਡੈਂਟੀਟੀ, ਜੋੜਾਤਮਕ ਉਲਟ ਐਡੀਟਿਵ ਇਨਵਰਸ, ਗੁਣਾਤਮਕ ਤਤਸਮਕ ਮਲਟੀਪਲੀਕੇਟਿਵ ਆਈਡੈਂਟੀਟੀ। ਆਓ ਬੱਚਿਓ, ਹੁਣ ਇਹ ਜਿਹੜੀਆਂ ਸ਼ਬਦਾਵਲੀਆਂ ਜਿਹੜੀਆਂ ਆਈਆਂ ਸੀ ਗੱਲਾਂ ਇਹ ਵਾਲੀਆਂ, ਹੁਣ ਇਹ ਸਾਰਿਆਂ ਦੀ ਪਰਿਭਾਸ਼ਾਵਾਂ ਤੇ ਇਹਨਾਂ ਦੇ ਅਰਥ ਸਮਝੀਏ। ਸੋ ਸਭ ਤੋਂ ਪਹਿਲੇ ਬੱਚਿਓ, ਪ੍ਰਾਕ੍ਰਿਤਿਕ ਸੰਖਿਆਵਾਂ ਕਿਹੜੀਆਂ ਨੇ? ਗਿਣਨ ਵਾਲੀਆਂ ਸੰਖਿਆਵਾਂ ਨੂੰ ਪ੍ਰਾਕ੍ਰਿਤਿਕ ਸੰਖਿਆਵਾਂ ਕਿਹਾ ਜਾਂਦਾ ਹੈ। ਆਮ ਗਿਣਤੀ ਵਿੱਚ ਅਸੀਂ ਨੋਟ ਗਿਣਦੇ ਹਾਂ, ਕੇਲੇ ਗਿਣਦੇ ਹਾਂ, ਹਨਾ, ਕੁਰਸੀਆਂ ਗਿਣਦੇ ਹਾਂ। ਜਿਹੜੀ ਵੀ ਚੀਜ਼ ਸਾਨੂੰ ਗਿਣਨ ਵਿੱਚ ਸਹਾਇਤਾ ਕਰਦੀਆਂ ਚੀਜ਼ਾਂ, ਉਹਨਾਂ ਨੂੰ ਅਸੀਂ ਪ੍ਰਾਕ੍ਰਿਤਿਕ ਸੰਖਿਆਵਾਂ ਕਹਿੰਦੇ ਹਾਂ। ਇਹ ਸੰਖਿਆਵਾਂ ਭੌਤਿਕ ਆਕਾਰ ਵਾਲੇ ਪਦਾਰਥਾਂ ਨੂੰ ਗਿਣਨ ਵਿੱਚ ਸਾਡੀ ਮਦਦ ਕਰਦੀਆਂ ਹਨ। ਕਿੰਨੇ ਡੱਬੇ, ਕਿੰਨੇ ਤਾਰੇ, ਹਨਾ, ਕਿੰਨੀਆਂ ਕੁਰਸੀਆਂ, ਕਿੰਨੇ ਕੇਲੇ, ਕਿੰਨੇ ਗੰਢੇ, ਕਿੰਨੀਆਂ ਬੋਰੀਆਂ। ਸੋ ਇਹ ਜਿਹੜੀ ਕਿੰਨੀਆਂ ਭਰੀਆਂ, ਇਹ ਜਿਹੜੀ ਚੀਜ਼ ਹੈ ਉਹ ਸਾਨੂੰ ਦੱਸਦੀ ਹੈ। ਸੋ ਅਸੀਂ ਕਹਿੰਦੇ 1 2 3 4 5 ਤੇ ਅਨੰਤ ਤੱਕ ਜਾਂਦੇ ਹੋਏ, ਲੱਖ ਕਰੋੜ ਅਰਬ ਖਰਬ ਜਿੰਨਾ ਮਰਜ਼ੀ ਚਲ ਜਾਓ ਅੱਗੇ ਤੱਕ, ਇਹ ਹੈਗੀਆਂ ਸਾਡੀਆਂ ਪ੍ਰਾਕ੍ਰਿਤਿਕ ਸੰਖਿਆਵਾਂ, ਜਿਹਨੂੰ ਕਹਿੰਦੇ ਨੈਚੁਰਲ ਨੰਬਰਸ। ਠੀਕ ਹੈ। ਫਿਰ ਆ ਗਿਆ ਵਿੱਚ ਪੂਰਨ ਸੰਖਿਆਵਾਂ। ਪ੍ਰਾਕ੍ਰਿਤਿਕ ਸੰਖਿਆਵਾਂ ਅਤੇ ਸਿਫਰ ਦੇ ਸਮੂਹ ਨੂੰ ਪੂਰਨ ਸੰਖਿਆਵਾਂ ਕਿਹਾ ਜਾਂਦਾ ਹੈ। ਪ੍ਰਾਕ੍ਰਿਤਿਕ ਸੰਖਿਆਵਾਂ ਦੇ ਵਿੱਚ ਸਿਫਰ ਨਹੀਂ ਹੁੰਦਾ, ਤੇ ਜੇ ਸਿਫਰ ਜੋੜ ਦਿੱਤਾ ਜਾਵੇ ਉਸ ਗਰੁੱਪ ਦੇ ਵਿੱਚ ਤੇ ਫਿਰ ਉਹ ਗਰੁੱਪ ਨੂੰ, ਉਸ ਦਲ ਨੂੰ ਕਿਹਾ ਜਾਂਦਾ ਹੈ, ਉਸ ਸਮੂਹ ਨੂੰ ਕਿਹਾ ਜਾਂਦਾ ਹੈ ਪੂਰਨ ਸੰਖਿਆਵਾਂ। ਸੋ ਪ੍ਰਾਕ੍ਰਿਤਿਕ ਸੰਖਿਆਵਾਂ ਵਿੱਚ ਸਭ ਤੋਂ ਛੋਟੀ ਸੰਖਿਆ ਹੈਗੀ ਹੈ 1, ਤੇ ਪੂਰਨ ਸੰਖਿਆਵਾਂ ਵਿੱਚ ਸਭ ਤੋਂ ਛੋਟੀ ਸੰਖਿਆ ਹੈਗੀ ਹੈ ਸਿਫਰ। ਠੀਕ ਹੈ, ਇਹ ਗੱਲ ਦਾ ਚੇਤਾ ਰੱਖਣਾ ਹੈ। ਪ੍ਰਾਕ੍ਰਿਤਿਕ ਸੰਖਿਆ ਵਿੱਚ ਸਿਫਰ ਨਹੀਂ ਹੁੰਦਾ, ਪੂਰਨ ਸੰਖਿਆਵਾਂ ਦੇ ਵਿੱਚ ਸਿਫਰ ਹੁੰਦਾ ਹੈ। ਹੁਣ ਆ ਗਿਆ ਸਾਡਾ ਸੰਪੂਰਨ ਸੰਖਿਆਵਾਂ, ਜੋ ਸਾਡਾ ਪਾਠ ਦਾ ਸਿਰਲੇਖ ਹੈ। ਪੂਰਨ ਸੰਖਿਆਵਾਂ ਕਿਹੜੀਆਂ ਨੇ? ਹੁਣ ਅਸੀਂ ਜਿਹੜੀ ਪੜ੍ਹੀਆਂ 0 1 2 3 4 ਅਨੰਤ ਤੱਕ, ਅਤੇ ਰਿਣਾਤਮਕ ਨੈਗੇਟਿਵ, ਘਟਾਓ ਦਾ ਨਿਸ਼ਾਨ ਲਾ ਜਿਹਦੇ ਮੂਹਰੇ ਲੱਗਾ ਹੋਵੇ, ਰਿਣਾਤਮਕ ਪ੍ਰਾਕ੍ਰਿਤਿਕ ਸੰਖਿਆਵਾਂ, ਜਿੱਦਾਂ ਰਿਣਾਤਮਕ 1, ਰਿਣਾਤਮਕ 2, ਰਿਣਾਤਮਕ 3, ਰਿਣਾਤਮਕ 4 ਤੇ ਤਾਂ ਚੱਲਦੇ ਜਾਓ ਦੇ ਸਮੂਹ ਨੂੰ ਸੰਪੂਰਨ ਸੰਖਿਆਵਾਂ ਕਿਹਾ ਜਾਂਦਾ ਹੈ। ਪਹਿਲਾਂ ਸੀ ਪ੍ਰਾਕ੍ਰਿਤਿਕ 1 2 3 4, ਫਿਰ ਆ ਗਿਆ ਪੂਰਨ, ਸਿਫਰ ਨਾਲ ਜੁੜ ਗਿਆ, ਫਿਰ ਆ ਗਿਆ ਸੰਪੂਰਨ, ਜਿਹਦੇ ਵਿੱਚ ਰਿਣਾਤਮਕ ਸੰਖਿਆਵਾਂ ਵੀ ਜੁੜ ਗਈਆਂ। ਸੋ ਸੰਪੂਰਨ ਸੰਖਿਆਵਾਂ ਹਨ ਇੱਥੋਂ ਦੀ ਪਿੱਛੋਂ ਦੀ ਅਨੰਤ ਤੱਕ। ਖੱਬੇ ਪਾਸੇ ਅਨੰਤ ਹੈਗਾ, ਸਾਨੂੰ ਪਤਾ ਨਹੀਂ, ਇੱਥੇ ਰਿਣਾਤਮਕ 5, ਰਿਣਾਤਮਕ 4, ਰਿਣਾਤਮਕ 3, ਰਿਣਾਤਮਕ 2, ਰਿਣਾਤਮਕ 1, 0 1 2 3 4 5 ਤੇ ਸੱਜੇ ਪਾਸੇ ਅਨੰਤ ਤੱਕ, ਖੱਬੇ ਪਾਸੇ ਅਨੰਤ ਤੱਕ। ਇਹਨਾਂ ਨੂੰ ਕਿਹਾ ਜਾਂਦਾ ਸੰਪੂਰਨ ਸੰਖਿਆਵਾਂ। ਸੋ 0 ਐਸੀ ਸੰਪੂਰਨ ਸੰਖਿਆ ਹੈ ਜੋ ਨਾ ਧਨਾਤਮਕ ਹੈ ਨਾ ਰਿਣਾਤਮਕ ਹੈ। ਧਨਾਤਮਕ ਹੁੰਦੀ ਹੈ ਪੋਜ਼ਿਟਿਵ,
ऋणात्मक होंदी नैगेटिव। सिफर जिहड़ी है बच्चों ਇਹ ना तो ऋणात्मक है ना धनात्मक है, ਇਹਨੂੰ चेता रखना चंगी तरह। खाली स्थान भरो ਜਾਂ ਬਹੁ ਵਿਕਲਪੀ ਪ੍ਰਸ਼ਨ ਜਿਹੜੇ ਨੇ ਮਲਟੀਪਲ ਚੋਇਸ ਕੁਐਸਚਨ ਵਿੱਚ ਇਹ ਸਵਾਲ ਆਉਂਦੇ ਨੇ। ਸੋ 1 2 3 4 5 ਇਹ ਤੇ ਪੋਜ਼ਿਟਿਵ ਨੇ, ਮਾਈਨਸ 1 2 3 4 ਮਾਈਨਸ 5 ਇਹ ਮਾਈਨਸ ਨੇ। ਸਿਫਰ ਜਿਹੜਾ ਹੈ ਨਾ ऋणात्मक ਹੈ ਤੇ ਨਾ ਧਨਾਤਮਕ ਹੈ। ਸੰਪੂਰਨ ਸੰਖਿਆਵਾਂ ਦੀ ਵਰਤੋਂ ਅੱਗੇ ਵੱਲ ਅਤੇ ਪਿੱਛੇ ਵੱਲ ਦੀ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ। ਅੱਗੇ ਵੱਲ ਪਿੱਛੇ ਵੱਲ ਅਰਥਾਤ ਸਿਫਰ ਤੋਂ ਉੱਪਰਲਾ ਤਾਪਮਾਨ ਤੇ ਸਿਫਰ ਤੋਂ ਥੱਲੇ ਦਾ ਤਾਪਮਾਨ, ਇਹਦੇ ਲਈ ਵਰਤੋਂ ਕੀਤੀ ਜਾਂਦੀ ਹੈ। ਜੇ ਮੈਂ ਪੈਸੇ ਜਮ੍ਹਾਂ ਕਰਾਤੇ ਬੈਂਕ ਵਿੱਚ, ਉਹ ਹੋ ਗਿਆ ਧਨਾਤਮਕ ਜੁੜ ਗਏ, ਤੇ ਜਿਵੇਂ ਪੈਸੇ ਕਢਾ ਲਏ ਹੋ ਗਿਆ ऋणात्मक। ਠੀਕ ਹੈ। ਜੇ ਮੈਨੂੰ ਸੌਦੇ ਵਿੱਚ ਲਾਭ ਮਿਲਿਆ, ਲਾਹਾ ਮਿਲਿਆ, ਉਹ ਹੋ ਗਿਆ ਧਨਾਤਮਕ, ਤੇ ਜੇ ਮੈਨੂੰ ਘਾਟਾ ਹੋਇਆ, ਟੋਟਾ ਹੋਇਆ, ਹਾਨੀ ਹੋਈ ਹੈ, ਉਹ ਹੋ ਗਿਆ ऋणात्मक। ਇਸੇ ਤਰ੍ਹਾਂ ਸਮੁੰਦਰ ਦੇ ਤਲ ਤੋਂ ਉੱਪਰਲੀ ਜਿਹੜੀ ਉਚਾਈ ਹੈ ਉਹਨੂੰ ਕਿਹਾ ਜਾਂਦਾ ਧਨਾਤਮਕ, ਤੇ ਜਿਹੜੀ ਸਮੁੰਦਰ ਦੀ ਡੂੰਘਾਈ ਹੈ ਉਹਨੂੰ ਕਿਹਾ ਜਾਂਦਾ ਹੈ ऋणात्मक। ਸੋ ਇਸ ਤਰ੍ਹਾਂ ਅੱਗੇ ਵੱਲ ਅਤੇ ਪਿੱਛੇ ਵੱਲ, ਜਾਂ ਖੱਬੇ ਵੱਲ ਜਾਂ ਸੱਜੇ ਵੱਲ ਜਾਂ ਉੱਪਰ ਵੱਲ ਜਾਂ ਥੱਲੇ ਵੱਲ, ਇਹ ਜਿਹੜੀ ਗਿਣਤੀਆਂ ਨੇ ਇਹ ਸੰਪੂਰਨ ਸੰਖਿਆਵਾਂ ਦੀ ਵਰਤੋਂ ਉੱਥੇ ਕੀਤੀ ਜਾਂਦੀ ਹੈ। ਫਿਰ ਆ ਗਿਆ ਸੰਖਿਆ ਰੇਖਾ ਉੱਤੇ ਸੰਪੂਰਨ ਸੰਖਿਆਵਾਂ। ਬੜਾ ਮਹੱਤਵਪੂਰਨ ਹੈ ਬੱਚੋ ਵਿਸ਼ਾ ਇਹ। ਤੁਸੀਂ ਸੰਖਿਆ ਰੇਖਾ ਦੇ ਬਾਰੇ 6ਵੀਂ ਜਮਾਤ ਵਿੱਚ ਪੜ੍ਹ ਵੀ ਚੁੱਕੇ ਹੋ। ਇਹ ਦੇਖੋ, ਸਿਫਰ ਦੇ ਖੱਬੇ ਪਾਸੇ ਵਾਲੀਆਂ ਸੰਖਿਆਵਾਂ ਨੂੰ ऋणात्मक ਸੰਖਿਆਵਾਂ ਕਿਹਾ ਜਾਂਦਾ ਹੈ, ਸਿਫਰ ਦੇ ਖੱਬੇ ਪਾਸੇ, ਅਤੇ ਸਿਫਰ ਦੇ ਸੱਜੇ ਪਾਸੇ ਵਾਲੀਆਂ ਸੰਖਿਆਵਾਂ ਨੂੰ ਧਨਾਤਮਕ ਸੰਖਿਆਵਾਂ ਆਖਿਆ ਜਾਂਦਾ ਹੈ। ਇੱਕ ਇੱਕ ਲਾਈਨ ਦੀ ਬੱਚਿਓ ਇੱਕ ਇੱਕ ਪੰਕਤੀ ਦੀ ਪਰਿਭਾਸ਼ਾ ਹੈ। ਸਿਫਰ ਦੇ ਖੱਬੇ ਪਾਸੇ ਵਾਲੀ ਸੰਖਿਆਵਾਂ ਸੰਖਿਆ ਰੇਖਾ ਦੇ ਉੱਤੇ, ਸਿਫਰ ਦੇ ਖੱਬੇ ਪਾਸੇ ਵਾਲੀ ਸੰਖਿਆਵਾਂ ऋणात्मक ਸੰਖਿਆਵਾਂ, ਤੇ ਸੰਖਿਆ ਰੇਖਾ ਦੇ ਉੱਤੇ ਸਿਫਰ ਦੇ ਸੱਜੇ ਪਾਸੇ ਵਾਲੀ ਸੰਖਿਆ ਧਨਾਤਮਕ ਸੰਖਿਆਵਾਂ। ਸੋ ਸੰਖਿਆ ਰੇਖਾ ਕੀ, ਇੱਕ ਸਿੱਧੀ ਰੇਖਾ ਲੈ ਲਓ, ਉਹਦੇ ਮੱਧ ਵਿੱਚ ਕਿਤੇ ਵੀ ਅੰਦਾਜ਼ੇ ਨਾਲ ਸਿਫਰ ਲਾ ਦਿਓ, ਤੇ ਫਿਰ ਬਰਾਬਰ ਦੀ ਦੂਰੀ ਤੇ ਨਿਸ਼ਾਨ ਲਾ ਦਿਓ, ਬਰਾਬਰ ਦੀ ਦੂਰੀ ਤੇ, ਬਰਾਬਰ ਦੀ ਦੂਰੀ 1-1 ਸੈਂਟੀਮੀਟਰ, ਅੱਧਾ ਸੈਂਟੀਮੀਟਰ ਇੱਥੇ ਸੱਜੇ। ਫਿਰ ਇੱਥੋਂ ਦੀ ਗਿਣਤਾ ਸ਼ੁਰੂ ਕਰ ਦਿਓ, ਸਿਫਰ ਤੋਂ ਸੱਜੇ ਪਾਸੇ 1 2 3 4 5 6 7, ਤੇ ਸਿਫਰ ਤੋਂ ਖੱਬੇ ਪਾਸੇ ਗਣਨਾ ਸ਼ੁਰੂ ਕਰ ਦਿਓ 1 2 3 4 5, ਤੇ ਫਿਰ ਨਾਲ ऋणात्मक ਦੇ ਨਿਸ਼ਾਨ ਲਾ ਦਿਓ, ਘਟਾਓ ਦੇ ਨਿਸ਼ਾਨ ਲਾ ਦਿਓ। ਬਸ ਇਹ ਹੈਗੀ ਸੰਖਿਆ ਰੇਖਾ। ਗੱਬੇ ਸਿਫਰ ਜੋ ਨਾ ਧਨਾਤਮਕ ਹੈ ਨਾ ऋणात्मक ਹੈ, ਖੱਬੇ ਪਾਸੇ ਸਾਰੇ ऋणात्मक ਸੰਖਿਆਵਾਂ, ਸੱਜੇ ਪਾਸੇ ਸਾਰੀਆਂ ਧਨਾਤਮਕ ਸੰਖਿਆਵਾਂ। ਸੰਖਿਆ ਰੇਖਾ ਦੇ ਦੋਵੇਂ ਪਾਸੇ ਲੱਗੇ ਤੀਰ ਦੇ ਨਿਸ਼ਾਨ ਹੈ, ਕੋਈ ਤੀਰ ਦੇ ਨਿਸ਼ਾਨ ਹੈ। ਤੀਰ ਕਿੱਦਾਂ, ਤੀਰ ਅੱਗੇ ਵਧਦਾ ਜਾਂਦਾ ਨਾ, ਮਤਲਬ ਇਹ ਸੰਖਿਆ ਨੂੰ, ਇਹ ਰੇਖਾ ਨੂੰ ਅੱਗੇ ਤੋਂ ਅੱਗੇ ਵਧਾਇਆ ਜਾ ਸਕਦਾ ਹੈ ਅਨੰਤ ਤੱਕ। ਇਸ ਰੇਖਾ ਨੂੰ ਸੱਜੇ ਪਾਸੇ ਵੀ ਅਨੰਤ ਤੱਕ ਵਧਾਇਆ ਜਾ ਸਕਦਾ ਹੈ। ਸੋ ਕਹਿੰਦੇ ਇਹ ਜੋ ਤੀਰ ਦੇ ਨਿਸ਼ਾਨ ਸੰਪੂਰਨ ਸੰਖਿਆਵਾਂ ਦੀ ਦੋਵੇਂ ਪਾਸੇ ਅਨੰਤ ਰੂਪ ਵਿੱਚ, ਅਨੰਤ ਮਾਨੇ ਜਿਹਦਾ ਕੋਈ ਅੰਤ ਨਹੀਂ, ਤੁਰਦੇ ਜਾਓ ਤੁਰਦੇ ਜਾਓ ਤੁਰਦੇ ਜਾਓ, ਕੋਈ ਅੰਤ ਨਹੀਂ ਆਣਾ, ਅਨੰਤ ਰੂਪ ਵਿੱਚ ਨਿਰੰਤਰਤਾ ਨੂੰ ਦਰਸਾਉਂਦੇ ਹਨ। ਖੱਬੇ ਪਾਸੇ ਵਾਲੀ ਸੰਖਿਆ ਆਪਣੇ ਸੱਜੇ ਪਾਸੇ ਵਾਲੀ ਸੰਖਿਆ ਤੋਂ ਛੋਟੀ ਹੁੰਦੀ ਹੈ, ਤੇ ਕੁਦਰਤੀ ਤੌਰ ਤੇ ਇਹਦਾ ਉਲਟਾ ਵੀ ਸਹੀ ਹੈ, ਉਲਟ ਵੀ ਸਹੀ ਹੈ ਕਿ ਸੱਜੇ ਪਾਸੇ ਵਾਲੀ ਸੰਖਿਆ ਆਪਣੇ ਖੱਬੇ ਪਾਸੇ ਵਾਲੀ ਸੰਖਿਆ ਤੋਂ ਵੱਡੀ ਹੁੰਦੀ ਹੈ। ਦੇਖੋ ਹੁਣ ਇਹ ਜਿਹੜੀ ऋणात्मक 7 ਹੈ, ਇਹ ਜਿਹੜੇ ਸੱਜੇ ਪਾਸੇ ਵਾਲੀ ਸੰਖਿਆ ਸਭ ਤੋਂ ਛੋਟੀ ਹੈ, ਤੇ ਇਹ 7 ਜਿਹੜੀ ਹੈਗੀ ਹੈ ਇਹਦੇ ਖੱਬੇ ਪਾਸੇ ਜਿੰਨੀਆਂ ਵੀ ਸੰਖਿਆਵਾਂ ਨੇ। ਹੁਣ ਜੇ ਪਤਾ ਲਗਾਉਣਾ ਹੋਵੇ ਕਿ ऋणात्मक 2 ਵੱਡੀ ਹੈ ਜਾਂ ऋणात्मक 3 ਵੱਡੀ ਹੈ, ਅਸੀਂ ਦੇਖਦੇ ਹਾਂ ऋणात्मक 2 ਸੱਜੇ ਪਾਸੇ ਵੇ, ਤੇ ਸੱਜੇ ਪਾਸੇ ਤੇ ऋणात्मक 3 ਖੱਬੇ ਪਾਸੇ ਵੇ। ਇਹਦਾ ਮਤਲਬ ਕੀ ਹੋਇਆ, ऋणात्मक 2 ਜਿਹੜੀ ਹੈ ऋणात्मक 3 ਤੋਂ ਵੱਡੀ ਹੈ। ਇਹ ਬੱਚਿਓ ਗੱਲ ਨੂੰ ਚੰਗੀ ਤਰ੍ਹਾਂ ਸਮਝ ਲਵੋ। ਇਹ ਜਿਹੜੇ ਸਵਾਲ ਕਰਾਂਗੇ ਉਹਦੇ ਵਿੱਚ ਇਹ ਗੱਲਾਂ, ਜਦੋਂ ਕਹਿੰਦੇ ਨੇ ਵੱਧਦੇ ਕ੍ਰਮ 'ਚ ਲਿਖੋ, ਘਟਦੇ ਕ੍ਰਮ 'ਚ ਲਿਖੋ, ਕਿਹੜੀ ਸੰਖਿਆ ਵੱਡੀ ਹੈ ਕਿਹੜੀ ਛੋਟੀ ਹੈ, ਉਦੋਂ ਤੁਸੀਂ ਇਹ ਨੰਬਰ ਲਾਈਨ ਜਿਹੜੀ ਹੈ ਸੰਖਿਆ ਰੇਖਾ ਨੂੰ ਆਪਣੀ ਤਸਵੀਰ ਦਿਮਾਗ ਵਿੱਚ ਬਣਾਉਣੀ ਹੈ। ਜਿਵੇਂ ਪੁੱਛਾਂ ਕਿ ऋणात्मक 6 ਵੱਡਾ ਹੈ ਜਾਂ ऋणात्मक 1 ਵੱਡਾ ਹੈ, ਹੁਣ ਦੇਖਣ ਨੂੰ 6 ਵੱਡਾ ਲੱਗਦਾ ਹੈ, ਪਰ ਮੈਂ ਦੇਖਦਾ ਪਰ ऋणात्मक ਚਿੰਨ੍ਹ ਲੱਗਾ ਹੈ। ਸੋ ऋणात्मक 6 ਜਿਹੜਾ ਹੈ ਉਹ ऋणात्मक 1 ਦੇ ਖੱਬੇ ਪਾਸੇ ਵੇ, ਇਸ ਕਰਕੇ ऋणात्मक 6 ਜਿਹੜਾ ਹੈ ऋणात्मक 1 ਤੋਂ ਛੋਟੀ ਹੋਏਗੀ। ਠੀਕ ਹੈ, ਅੱਗੇ ਚਲੀਏ। ਹੁਣ ਆ ਗਿਆ ਬੱਚੋ ਸੰਪੂਰਨ ਸੰਖਿਆ ਦਾ ਨਿਰਪੇਖ ਮੁੱਲ। ਇਹ ਸਾਰੀ ਸੂਚੀ ਮੈਂ ਤਿਆਰ ਕੀਤੀ ਸੀ, ਹੁਣ ਸਾਰਿਆਂ ਦੇ ਅਰਥ ਅਸੀਂ ਸਿੱਖਦੇ ਪਏ ਹਾਂ। ਕਿਸੇ ਸੰਪੂਰਨ ਸੰਖਿਆ a, ਇਹ ਬੱਚੋ ਚਿੰਨ੍ਹ ਹੈਗਾ, a ਦਾ ਵੀ ਕੁਝ ਵੀ ਹੋ ਸਕਦਾ ਹੈ, -7, ऋणात्मक 6, 1000, 2000, 4000, ऋणात्मक 4000, ऋणात्मक ਲੱਖ, 1 ਕਰੋੜ, ਇਹ ਕੁਝ ਵੀ ਹੋ ਸਕਦਾ ਹੈ, ਕੋਈ ਵੀ ਸੰਪੂਰਨ ਸੰਖਿਆ ਹੋ ਸਕਦੀ ਹੈ। ਕਿਸੇ ਸੰਪੂਰਨ ਸੰਖਿਆ a ਦਾ ਨਿਰਪੇਖ ਮੁੱਲ ਕਿਹੜਾ ਹੁੰਦਾ ਹੈ, ਘਟਾਓ ਦੇ ਨਿਸ਼ਾਨ ਤੋਂ ਬਿਨਾ a ਦਾ ਸੰਖਿਆਤਮਕ ਮੁੱਲ ਹੁੰਦਾ ਹੈ। ਸੰਖਿਆਤਮਕ ਮਾਨੇ ਸਿਰਫ ਗਿਣਤੀ ਦਾ, ਉਹ ਜਿਹੜੇ ਅਸੀਂ ਨਿਸ਼ਾਨ ਪਾਏ ਨੇ ਨਾ ਗਿਣਤੀ ਦੇ, ਉਹਨਾਂ ਨੂੰ ਧਿਆਨ 'ਚ ਲੈਣਾ ਹੈ।
ਜਿਹੜਾ ਜਮਾ ਦਾ ਨਿਸ਼ਾਨ ਤੇ ਘਟਾ ਦਾ ਨਿਸ਼ਾਨ ਉਹਨੂੰ ਅੱਖਾਂ ਤੋਂ ਓਲੇ ਕਰ ਦੇਣਾ, ਉਹਨੂੰ ਵਿਚਾਰ ਵਿੱਚ ਨਹੀਂ ਲੈਣਾ। ਠੀਕ ਹੈ, ਤੇ ਉਹਨੂੰ ਨਿਰਪੇਖ ਹੁਣ ਨੂੰ ਕਿੱਦਾਂ ਦਰਸਾਇਆ ਜਾਂਦਾ? ਇਦਾਂ ਉਹ ਨੰਬਰ ਲਿਖ ਕੇ ਉਹਦੇ ਆਲੇ ਦੁਆਲੇ ਦੋ ਡੰਡੇ ਪਾ ਦੇਈਦੇ ਨੇ, ਇਹਨੂੰ ਕਹਿੰਦੇ ਨੇ ਮੋਡੂਲਸ, ਨਿਰਪੇਖ ਨਾ। ਸੋ ਹੁੰਦਾ ਹੈ ਅਤੇ ਇਸ ਨੂੰ ਇਦਾਂ ਦੋ ਡੰਡਿਆਂ ਨਾਲ ਦਰਸਾਇਆ ਜਾਂਦਾ ਹੈ। ਇਹਦਾ ਮਤਲਬ ਕੀ? ਅਰਥਾਤ ਰਿਣਾਤਮਕ 13 ਦਾ ਨਿਰਪੇਖ ਮੁੱਲ 13 ਤੇ ਰਿਣਾਤਮਕ ਤੇ ਧਨਾਤਮਕ 13 ਦਾ ਤੇ 13 ਹੋਏਗਾ ਹੀ ਹੋਏਗਾ। ਅਰਥਾਤ ਜਿਹੜਾ ਨਿਰਪੇਖ ਮੁੱਲ ਹੁੰਦਾ ਹੈ ਉਹ ਹਮੇਸ਼ਾ ਹੀ ਧਨਾਤਮਕ ਹੁੰਦਾ ਹੈ। ਸੋ ਰਿਣਾਤਮਕ ਦਾ ਵੀ ਨਿਰਪੇਖ ਮੁੱਲ ਉਹੀ ਹੈ ਤੇ ਧਨਾਤਮਕ ਦਾ ਵੀ ਨਿਰਪੇਖ ਮੁੱਲ ਉਹੀ ਹੈ। ਇਸੇ ਤਰ੍ਹਾਂ ਰਿਣਾਤਮਕ 5 ਦਾ ਨਿਰਪੇਖ ਮੁੱਲ 5 ਤੇ ਧਨਾਤਮਕ 5 ਦਾ ਨਿਰਪੇਖ ਮੁੱਲ 5। ਇਹ ਬੱਚਿਓ ਇਹ ਵੀ ਸਵਾਲ ਇਦਾਂ ਦੇ ਇੱਕ ਇੱਕ ਨੰਬਰ ਦੇ ਖਾਲੀ ਸਥਾਨ ਵਿੱਚ ਆ ਸਕਦੇ ਨੇ। ਉਹ ਕਹਿਣਗੇ, ਇੱਥੇ ਲਿਖ ਦੇਣਗੇ ਕਿ ਇਹਦਾ ਲਿਖਿਆ ਹੋਏਗਾ ਰਿਣਾਤਮਕ 113, ਇਹਦਾ ਨਿਰਪੇਖ ਮੁੱਲ ਲਿਖੋ, ਤੇ ਚੁੱਪ ਕਰਕੇ 113 ਲਿਖ ਦੇਣਾ। ਉਹ ਡੰਡੇ ਵੀ ਹਟਾ ਦੇਣੇ ਨੇ, ਡੰਡੇ ਹਟਾ ਦੇਣੇ ਨੇ ਤੇ ਰਿਣਾਤਮਕ ਦਾ ਚਿੰਨ੍ਹ ਵੀ ਹਟਾ ਦੇਣਾ ਤੇ ਉਹ ਆ ਗਿਆ ਨਿਰਪੇਖ ਮੁੱਲ। ਠੀਕ ਹੈ, ਅੱਗੇ ਚਲੀਏ। ਹੁਣ ਕੁਝ ਗੱਲਾਂ ਚੇਤੇ ਰੱਖਣ ਵਾਲੀਆਂ। ਹਰੇਕ ਰਿਣਾਤਮਕ ਸੰਪੂਰਨ ਸੰਖਿਆ ਤੋਂ ਸਿਫਰ ਵੱਡਾ ਹੁੰਦਾ ਹੈ। ਸੰਖਿਆ ਰੇਖਾ ਦੇਖੋ ਕਿੱਥੇ ਹੈਗੀ ਹੈ, ਜਿਹੜੀ ਸੰਖਿਆ ਰੇਖਾ ਤੇ ਸਿਫਰ ਦੇ ਖੱਬੇ ਪਾਸੇ ਸਾਰੀਆਂ ਰਿਣਾਤਮਕ ਸੰਖਿਆਵਾਂ ਨੇ। ਇਸ ਕਰਕੇ ਹਰੇਕ ਰਿਣਾਤਮਕ ਸੰਪੂਰਨ ਸੰਖਿਆ ਤੋਂ ਸਿਫਰ ਵੱਡਾ ਹੁੰਦਾ ਹੈ ਅਤੇ ਹਰੇਕ ਧਨਾਤਮਕ ਸੰਪੂਰਨ ਸੰਖਿਆ ਤੋਂ ਸਿਫਰ ਛੋਟਾ ਹੁੰਦਾ ਹੈ, ਕਿਉਂਕਿ ਸਿਫਰ ਜਿਹੜਾ ਹੈ ਉਹ ਹਰੇਕ ਧਨਾਤਮਕ ਸੰਖਿਆ ਦੇ ਖੱਬੇ ਪਾਸੇ ਹੈ। ਠੀਕ ਹੈ, ਫਿਰ ਇਸੇ ਤਰ੍ਹਾਂ ਰਿਣਾਤਮਕ 1 ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ ਹੈ, ਕਿਉਂਕਿ ਰਿਣਾਤਮਕ 1 ਤੋਂ ਬਾਅਦ ਤੇ ਸਿਫਰ ਆ ਗਿਆ ਤੇ ਸਿਫਰ ਤੇ ਰਿਣਾਤਮਕ ਹੈ ਹੀ ਨਹੀਂ, ਨਾ ਧਨਾਤਮਕ ਹੈਗਾ। ਸੋ ਜਿਹੜਾ ਰਿਣਾਤਮਕ 1 ਹੈ ਉਹ ਰਿਣਾਤਮਕ ਸੰਖਿਆਵਾਂ ਵਿੱਚ ਬਿਲਕੁਲ ਸੱਜੇ ਪਾਸੇ ਹੈਗਾ, ਉਸ ਤੋਂ ਅੱਗੇ ਸੱਜੇ ਪਾਸੇ ਫਿਰ ਸਿਫਰ ਸ਼ੁਰੂ ਹੋ ਜਾਂਦਾ ਹੈ। ਇਸ ਕਰਕੇ ਰਿਣਾਤਮਕ 1 ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ ਹੈ ਅਤੇ 1 ਸਭ ਤੋਂ ਛੋਟੀ ਧਨਾਤਮਕ ਸੰਖਿਆ ਹੈ, ਕਿਉਂਕਿ 1 ਦੇ ਖੱਬੇ ਪਾਸੇ ਫੇਰ ਸਿਫਰ ਆ ਗਿਆ ਤੇ 1 ਤੋਂ ਸੱਜੇ ਪਾਸੇ ਫਿਰ ਉਸ ਤੋਂ 2 3 ਸਾਰੀਆਂ ਵੱਡੀਆਂ ਨੇ। ਸੋ 1 ਜਿਹੜੀ ਹੈ ਸਭ ਤੋਂ ਛੋਟੀ ਧਨਾਤਮਕ ਸੰਖਿਆ ਤੇ ਸਿਫਰ ਤੇ ਰਿਣਾਤਮਕ 1 ਸਭ ਤੋਂ ਵੱਡੀ ਰਿਣਾਤਮਕ ਸੰਪੂਰਨ ਸੰਖਿਆ। ਇਸ ਗੱਲ ਨੂੰ ਚੰਗੀ ਤਰ੍ਹਾਂ ਕੰਠ ਕਰ ਲਓ, ਬੜਾ ਮਹੱਤਵਪੂਰਨ ਸਵਾਲ ਹੈ, ਖਾਲੀ ਸਥਾਨ ਭਰੋ ਵਿੱਚ ਆ ਸਕਦਾ ਹੈ। ਠੀਕ ਹੈ, ਸਭ ਤੋਂ ਛੋਟੀ ਰਿਣਾਤਮਕ ਸੰਪੂਰਨ ਸੰਖਿਆ ਅਤੇ ਸਭ ਤੋਂ ਵੱਡੀ ਧਨਾਤਮਕ ਸੰਪੂਰਨ ਸੰਖਿਆ ਦੱਸੀ ਨਹੀਂ ਜਾ ਸਕਦੀ, ਕਿਉਂਕਿ ਉਹ ਤੀਰ ਦੇ ਨਿਸ਼ਾਨ ਤੇ ਜਾਈ ਜਾ ਰਹੇ ਨੇ ਅੱਗੇ ਤੱਕ। ਹੈ ਨਾ, ਸਭ ਤੋਂ ਛੋਟੀ ਰਿਣਾਤਮਕ ਸੰਖਿਆ ਕਿਹੜੀ ਹੈ? ਸੱਜੇ ਤੋਂ ਖੱਬੇ ਪਾਸੇ ਜਾਈ ਜਾਓ ਜਾਈ ਜਾਓ ਜਾਈ ਜਾਓ, ਉਹਦਾ ਅੰਤ ਹੀ ਨਹੀਂ ਹੈਗਾ। ਇਸ ਕਰਕੇ ਸਭ ਤੋਂ ਛੋਟੀ ਰਿਣਾਤਮਕ ਸੰਪੂਰਨ ਸੰਖਿਆ ਨਹੀਂ ਦੱਸੀ ਜਾ ਸਕਦੀ ਤੇ ਸਭ ਤੋਂ ਵੱਡੀ ਧਨਾਤਮਕ ਸੰਖਿਆ ਤੇ ਉਹ ਸੱਜੇ ਪਾਸੇ ਜਾਈ ਜਾਓ ਜਾਈ ਜਾਓ, ਉੱਥੇ ਤੀਰ ਦਾ ਨਿਸ਼ਾਨ ਹੈ, ਚਾਈ ਜਾਓ, ਸੰਖ, ਅਰਬ, ਖਰਬ, ਨੀਲ, ਵਧੀ ਜਾਓ ਵਧੀ, ਸਿਫਰ ਜੋੜੀ ਜਾਓ ਜੋੜੀ ਜਾਓ ਜੋੜੀ ਜਾਓ, ਕਦੀ ਅੰਤ ਨਹੀਂ ਆਏਗਾ। ਇਸ ਕਰਕੇ ਸਭ ਤੋਂ ਵੱਡੀ ਧਨਾਤਮਕ ਸੰਪੂਰਨ ਸੰਖਿਆ ਨਹੀਂ ਦੱਸੀ ਜਾ ਸਕਦੀ, ਸਭ ਤੋਂ ਛੋਟੀ ਰਿਣਾਤਮਕ ਸੰਪੂਰਨ ਸੰਖਿਆ ਵੀ ਨਹੀਂ ਦੱਸੀ ਜਾ ਸਕਦੀ। ਤੇ ਅਗਲੀ ਗੱਲ, ਹਰੇਕ ਧਨਾਤਮਕ ਸੰਪੂਰਨ ਸੰਖਿਆ ਹਰੇਕ ਰਿਣਾਤਮਕ ਸੰਪੂਰਨ ਸੰਖਿਆ ਤੋਂ ਵੱਡੀ ਹੁੰਦੀ ਹੈ, ਕਿਉਂਕਿ ਧਨਾਤਮਕ ਸੰਖਿਆ ਰਿਣਾਤਮਕ ਸੰਖਿਆਵਾਂ ਦੇ ਸੱਜੇ ਪਾਸੇ ਵੇ। ਇਸੇ ਤਰ੍ਹਾਂ ਹਰੇਕ ਰਿਣਾਤਮਕ ਸੰਖਿਆ ਹਰੇਕ ਧਨਾਤਮਕ ਸੰਖਿਆ ਤੋਂ ਛੋਟੀ ਹੁੰਦੀ ਹੈ, ਕਿਉਂਕਿ ਰਿਣਾਤਮਕ ਸੰਖਿਆਵਾਂ ਧਨਾਤਮਕ ਸੰਖਿਆਵਾਂ ਦੇ ਖੱਬੇ ਪਾਸੇ ਹੁੰਦੀਆਂ ਹਨ। ਠੀਕ ਹੈ, ਅੱਗੇ ਚਲੀਏ। ਜਿਸਤ ਸੰਪੂਰਨ ਸੰਖਿਆਵਾਂ ਉਹ ਸੰਪੂਰਨ ਸੰਖਿਆਵਾਂ ਜੋ 2 ਨਾਲ ਭਾਗ ਹੋ ਜਾਂਦੀਆਂ ਹਨ, ਜਿਸਤ ਸੰਪੂਰਨ ਸੰਖਿਆਵਾਂ ਹੁੰਦੀਆਂ ਹਨ। ਤੇ ਬੱਚਿਓ ਇਦਾਂ ਹੀ ਹੈ, ਇਹ ਦੇਖੋ ਰਿਣਾਤਮਕ 6, ਰਿਣਾਤਮਕ 4, 2, ਸਿਫਰ ਜਿਹੜੀ ਹੈ ਇਹ ਵੀ ਜਿਸਤ ਸੰਖਿਆ ਹੈ। 2 4 6 8 10 12 14 ਇਹਦਾ ਜੋੜੀ ਜਾਓ, ਇੱਥੇ ਖੱਬੇ ਪਾਸੇ ਰਿਣਾਤਮਕ 8, ਰਿਣਾਤਮਕ 10, ਰਿਣਾਤਮਕ 12, ਰਿਣਾਤਮਕ 14, ਰਿਣਾਤਮਕ 16 ਇਹਦਾ ਚੱਲੀ ਜਾਓ। ਠੀਕ ਹੈ, ਫਿਰ ਆ ਗਈ ਟਾਂਕ ਸੰਪੂਰਨ ਸੰਖਿਆਵਾਂ। ਉਹ ਸੰਪੂਰਨ ਸੰਖਿਆਵਾਂ ਜੋ 2 ਨਾਲ ਭਾਗ ਨਹੀਂ ਹੁੰਦੀਆਂ। ਦੇਖੋ 2 ਨਾਲ ਭਾਗ ਹੋ ਜਾਂਦੀ, 2 3 6, ਰਿਣਾਤਮਕ 3 ਆ ਜਾਏਗਾ, 2 ਦੂਣੀ 4, ਰਿਣਾਤਮਕ 2 ਆ ਜਾਏਗਾ, 2 1 2, ਰਿਣਾਤਮਕ 1 ਆ ਜਾਏਗਾ, 0/2 ਸਿਫਰ ਆ ਜਾਏਗਾ, 2/2 1 ਆ ਜਾਏਗਾ, 4/2 2 ਆ ਜਾਏਗਾ, 6/2 3 ਆ ਜਾਏਗਾ। ਉਹ ਸੰਪੂਰਨ ਸੰਖਿਆਵਾਂ ਜੋ 2 ਨਾਲ ਭਾਗ ਨਹੀਂ ਹੁੰਦੀਆਂ ਉਹ ਟਾਂਕ ਸੰਪੂਰਨ ਸੰਖਿਆਵਾਂ ਹੁੰਦੀਆਂ। ਦੇਖੋ 7 ਭਾਗ ਨਹੀਂ ਹੁੰਦਾ, ਰਿਣਾਤਮਕ 5 ਵੀ ਨਹੀਂ ਹੁੰਦਾ, ਰਿਣਾਤਮਕ 3 ਵੀ ਨਹੀਂ ਹੁੰਦਾ, ਰਿਣਾਤਮਕ 1 ਵੀ ਨਹੀਂ ਹੁੰਦਾ, 1 ਵੀ ਨਹੀਂ ਹੁੰਦਾ, 3 5 7 ਇਹ ਕੋਈ ਵੀ 2 ਨਾਲ ਭਾਗ ਨਹੀਂ ਹੁੰਦੀਆਂ। ਤਾਂ 7 ਤੋਂ ਅੱਗੇ 9, 9 ਤੋਂ ਅੱਗੇ 11, 11 ਤੋਂ ਅੱਗੇ 13, 15 17 19 21 23 25 ਇਹ ਸਾਰੀਆਂ ਅਨੰਤ ਤੱਕ ਚੱਲਦੇ ਜਾਓ, ਹੈਗੀਆਂ ਟਾਂਕ ਸੰਪੂਰਨ ਸੰਖਿਆਵਾਂ। ਠੀਕ ਹੈ ਜੀ, ਅਸੀਂ ਇਹ ਵੀ ਕਹਿ ਸਕਦੇ ਹਾਂ ਬੱਚਿਓ, ਹਰ ਇੱਕ ਟਾਂਕ ਸੰਖਿਆ ਤੋਂ ਬਾਅਦ ਅਗਲੀ ਸੰਖਿਆ ਕਿਹੜੀ ਹੁੰਦੀ? ਜਿਸਤ। ਜਿਸਤ ਤੋਂ ਬਾਅਦ ਫਿਰ ਟਾਂਕ, ਟਾਂਕ ਤੋਂ ਬਾਅਦ ਫਿਰ ਜਿਸਤ, ਜਿਸ ਤੋਂ ਬਾਅਦ ਫਿਰ ਟਾਂਕ, ਇਹਦਾਂ ਵਾਰੀਆਂ ਲੱਗੀਆਂ ਹੋਈਆਂ ਇਹਨਾਂ ਦੀ। ਠੀਕ ਹੈ, ਹੁਣ ਆ ਗਿਆ ਬੱਚੋ ਅਗੇਤਰ।
ਹਰੇਕ ਸੰਪੂਰਨ ਸੰਖਿਆ ਦਾ ਇੱਕ ਅਗੇਤਰ ਹੁੰਦਾ ਹੈ। ਦਿੱਤੀ ਹੋਈ ਸੰਪੂਰਨ ਸੰਖਿਆ ਵਿੱਚ ਇੱਕ ਜੋੜ ਕੇ ਉਸ ਦਾ ਅਗੇਤਰ ਪ੍ਰਾਪਤ ਹੁੰਦਾ ਹੈ। ਬਸ ਕਿੰਨਾ ਸੌਖਾ ਬੱਚਿਓ, ਅਗੇਤਰ ਮਨੇ ਅੱਗੇ ਆਉਣ ਵਾਲੀ ਸੰਖਿਆ। ਇਹ ਸਾਨੂੰ ਇਹ ਬੱਚਿਓ ਸ਼ਬਦਾਵਲੀ ਪਤਾ ਹੋਣੀ ਚਾਹੀਦੀ ਹੈ। ਇੱਕ ਇੱਕ ਨੰਬਰ ਦੇ ਸਵਾਲ ਆ ਜਾਂਦੇ ਨੇ। ਕਈ ਵਾਰ ਸਵਾਲ ਦੇ ਵਿੱਚ ਇਹ ਵਾਲੀ ਸ਼ਬਦਾਵਲੀ ਵਰਤੀ ਹੁੰਦੀ ਹੈ ਤੇ ਜੇ ਸਾਨੂੰ ਅਗੇਤਰ ਦਾ ਮਤਲਬ ਹੀ ਨਹੀਂ ਪਤਾ ਹੋਏਗਾ, ਪਿਛੇਤਰ ਦਾ ਮਤਲਬ ਹੀ ਨਹੀਂ ਪਤਾ ਹੋਏਗਾ ਤੇ ਸਵਾਲ ਅੱਗੇ ਕਰਾਂਗੇ ਕਿੱਦਾਂ? ਠੀਕ ਹੈ ਨਾ। ਉਹ ਕਹਿ ਸਕਦੇ ਨੇ ਜੀ ਫਲਾਨੀ ਸੰਪੂਰਨ ਸੰਖਿਆ ਦਾ ਅਗੇਤਰ ਜਿਹੜਾ ਹੈ, ਅੱਗੇ ਅੱਗੇ ਉਹਨੇ ਸਵਾਲ ਇੱਦਾਂ ਬਣਾਤਾ ਤੇ ਤੁਹਾਨੂੰ ਅਗੇਤਰ ਦਾ ਮਤਲਬ ਹੀ ਨਹੀਂ ਪਤਾ ਹੈਗਾ। ਠੀਕ ਹੈ ਨਾ। ਸੋ ਅਗੇਤਰ ਕੀ ਹੁੰਦਾ ਹੈ? ਦਿੱਤੀ ਹੋਈ ਸੰਪੂਰਨ ਸੰਖਿਆ ਵਿੱਚ ਇੱਕ ਜੋੜ ਦੋ ਤੇ ਸਾਨੂੰ ਕੀ ਹੋਏਗਾ? ਅਗੇਤਰ ਪ੍ਰਾਪਤ ਹੋ ਜਾਏਗਾ। ਸੌਖਾ ਕਿੰਨਾ ਦੇਖੋ। ਸੋ 12 ਦਾ ਅਗੇਤਰ ਕੀ ਹੋ ਗਿਆ? 12 ਜਮਾ 1 13। ਸਿਰਫ ਰਿਣਾਤਮਕ 1 ਦਾ ਅਗੇਤਰ ਕੀ ਹੋ ਜਾਏਗਾ? ਰਿਣਾਤਮਕ 1 ਵਿੱਚ ਜੇ ਲੈ ਕੇ ਜੋੜਾਂਗੇ ਤਾਂ 0 ਆ ਜਾਏਗਾ। ਸੋ ਰਿਣਾਤਮਕ 1 ਦਾ ਅਗੇਤਰ 0 ਹੋ ਗਿਆ। ਹੁਣ ਰਿਣਾਤਮਕ 14 ਦਾ ਅਗੇਤਰ ਕੀ ਹੋ ਜਾਏਗਾ? ਇਹ 'ਚ 1 ਜੋੜਾਂਗੇ ਤੇ ਰਿਣਾਤਮਕ 13 ਬਣ ਜਾਏਗਾ। ਰਿਣਾਤਮਕ 14 ਦਾ ਅਗੇਤਰ ਰਿਣਾਤਮਕ 13 ਅਤੇ 0 ਦਾ ਅਗੇਤਰ ਕੀ ਹੋ ਜਾਏਗਾ? 0 'ਚ 1 ਜੋੜਾਂਗੇ ਤੇ ਅਗਲਾ 1 ਆ ਜਾਏਗਾ। ਸੋ ਇਸ ਤਰ੍ਹਾਂ ਬੱਚਿਓ ਇਹ ਪਤਾ ਹੋਣਾ ਚਾਹੀਦਾ। ਫਿਰ ਇਸੇ ਤਰ੍ਹਾਂ ਕੇ ਪਿਛੇਤਰ। ਪਿਛੇਤਰ ਇਹਦਾ ਬਿਲਕੁਲ ਉਲਟਾ ਹੈਗਾ। ਹਰੇਕ ਸੰਪੂਰਨ ਸੰਖਿਆ ਦਾ ਇੱਕ ਪਿਛੇਤਰ ਹੁੰਦਾ ਹੈ। ਦਿੱਤੀ ਹੋਈ ਸੰਪੂਰਨ ਸੰਖਿਆ ਵਿੱਚੋਂ ਇੱਕ ਘਟਾ ਕੇ ਉਸ ਦਾ ਪਿਛੇਤਰ ਮਿਲਦਾ ਹੈ। ਬਸ ਪਿਛੇਤਰ ਵਿੱਚ ਪਿੱਛੇ ਨੂੰ ਜਾਣਾ ਹੈ, ਇੱਕ ਘਟਾਣਾ ਹੈ। ਅਗੇਤਰ ਵਿੱਚ ਅੱਗੇ ਨੂੰ ਜਾਣਾ ਹੈ, ਇੱਕ ਜੋੜਨਾ ਹੈ। ਇੰਨਾ ਸੌਖਾ ਹੈ। ਸੋ 14 ਦਾ ਇਹ ਪਿਛੇਤਰ ਕੀ ਹੋ ਗਿਆ? ਇੱਥੇ ਵਜੋ ਛੱਛੇ ਨੂੰ ਲਾਮ ਰਹਿ ਗਈ ਹੈ, ਇਹ ਪਾ ਲਿਓ ਤੁਸੀਂ, ਟਾਈਪਿੰਗ 'ਚ ਮਿਸਟੇਕ ਹੋ ਗਈ। ਪਿਛੇਤਰ ਛੱਛੇ ਨੂੰ ਲਾਮ ਹੈਗੀ ਹੈ। 14 ਚੋਂ 1 ਗਿਆ 13, 0 ਚੋਂ 1 ਘਟਾਇਆ ਤੇ ਰਿਣਾਤਮਕ 1 ਆ ਗਿਆ। ਇਸੇ ਤਰ੍ਹਾਂ ਰਿਣਾਤਮਕ 12 ਚੋਂ 1 ਘਟਾਇਆ ਤੇ ਰਿਣਾਤਮਕ 13 ਆ ਗਿਆ। 1 ਚੋਂ 1 ਘਟਾਇਆ 0 ਆ ਗਿਆ। ਸੋ 1 ਦਾ ਪਿਛੇਤਰ 0। ਇਦਾਂ ਆ ਸਕਦਾ ਹੈ 1 ਦਾ ਪਿਛੇਤਰ ਖਾਲੀ ਸਥਾਨ ਹੈ, ਭਰ ਦੋ। ਇਦਾਂ ਦੇ ਸਵਾਲ ਆ ਸਕਦੇ ਨੇ ਅੱਧੇ ਅੱਧੇ ਨੰਬਰ ਦੇ, ਜਿੱਦਾਂ ਕਹਿਣਗੇ 1 ਦਾ ਅਗੇਤਰ ਹੈ, ਅੱਗੇ ਖਾਲੀ ਸਥਾਨ 2, 1 ਜਮਾ। ਸਾਨੂੰ ਪਤਾ ਹੋਣਾ ਚਾਹੀਦਾ ਅਗੇਤਰ 1 ਜੋੜ ਕੇ ਪ੍ਰਾਪਤ ਹੁੰਦਾ ਹੈ ਤੇ ਪਿਛੇਤਰ 1 ਘਟਾ ਕੇ ਪ੍ਰਾਪਤ ਹੁੰਦਾ ਹੈ। ਤੇ ਅਗੇਤਰ ਨੂੰ ਅਸੀਂ ਕਹਿੰਦੇ ਹਾਂ ਸਕਸੈਸਰ, ਪਿਛੇਤਰ ਨੂੰ ਕਹਿੰਦੇ ਹਾਂ ਪ੍ਰੀਡੈਸੈਸਰ। ਹੁਣ ਅੱਗੇ ਬੱਚੋ ਵੱਧ ਦਾ ਕਰਮ। ਵੱਧਦੇ ਕਰਮ ਦਾ ਮਤਲਬ ਹੈ ਸੰਖਿਆਵਾਂ ਨੂੰ ਸਭ ਤੋਂ ਛੋਟੇ ਤੋਂ ਸਭ ਤੋਂ ਵੱਡੇ ਵੱਲ ਤਰਤੀਬਬੱਧ ਕਰਨਾ। ਇਹਨੂੰ ਅਸੀਂ ਕਹਿੰਦੇ ਹਾਂ ਅਸੈਂਡਿੰਗ ਆਰਡਰ, ਵੱਧ ਦਾ ਕਰਮ। ਜਾਂ ਹੋਰ ਸਮਝਣ ਲਈ ਕੀ ਤਰੀਕਾ ਹੈ? ਜਾਂ ਸੰਖਿਆ ਰੇਖਾ ਤੇ ਖੱਬੇ ਤੋਂ ਸੱਜੇ ਪਾਸੇ ਵੱਲ ਜਾਣਾ। ਕਿਉਂਕਿ ਬੱਚੇ ਖੱਬੇ ਪਾਸੇ ਛੋਟੀ ਸੰਖਿਆਵਾਂ ਹੁੰਦੀਆਂ ਨੇ, ਸੱਜੇ ਪਾਸੇ ਵੱਡੀ ਸੰਖਿਆਵਾਂ ਹੁੰਦੀਆਂ ਨੇ। ਸੋ ਇਹ ਵੱਧਦੇ ਕਰਮ ਦਾ ਮਤਲਬ ਹੈ ਸੰਖਿਆਵਾਂ ਨੂੰ ਸਭ ਤੋਂ ਛੋਟੇ ਤੋਂ ਸਭ ਤੋਂ ਵੱਡੇ ਵੱਲ ਤਰਤੀਬਬੱਧ ਕਰਨਾ, ਜਾਂ ਸੰਖਿਆ ਰੇਖਾ ਤੇ ਖੱਬੇ ਤੋਂ ਸੱਜੇ ਵਾਲੇ ਪਾਸੇ ਜਾਣਾ। ਜਿਵੇਂ ਕਿ ਉਦਾਹਰਨ ਲੈ ਲਈਏ, ਇਹ ਸੰਖਿਆਵਾਂ ਦਾ ਸਮੂਹ ਦਿੱਤਾ ਹੈ ਤੇ ਕਹਿੰਦੇ ਇਹਦਾ ਵੱਧਦਾ ਕਰਮ ਲਿਖੋ। ਸੋ ਇਹ ਦੇਖੋ ਬੱਚੋ, ਇਹ ਹੋ ਗਿਆ ਰਿਣਾਤਮਕ 420, ਰਿਣਾਤਮਕ 13, ਰਿਣਾਤਮਕ 1, 0, 1, 3, 13। ਇਹ ਦੇਖੋ ਹੁਣ ਸੰਖਿਆ ਰੇਖਾ ਜਿਵੇਂ ਲੈ ਲਵਾਂ ਇੱਦਾਂ, 0 ਦੇ ਗੱਬੇ ਕਿਤੇ ਆਣਾ ਹੈ। ਸੋ ਰਿਣਾਤਮਕ 1 ਇੱਥੇ, ਰਿਣਾਤਮਕ 13 ਇੱਥੇ ਤੇ ਰਿਣਾਤਮਕ 420 ਬਿਲਕੁਲ ਪਿੱਛੇ ਜਾ ਕੇ। ਠੀਕ ਹੈ ਨਾ। ਇਹ ਸਕੇਲ ਤੇ ਨਹੀਂ ਹੈਗਾ, 13 ਤੋਂ ਲੈ ਕੇ ਪਿੱਛੇ ਤੱਕ ਹੈ, ਕਿਉਂਕਿ ਇਹ ਜਗ੍ਹਾ ਥੋੜੀ ਹੈ ਤੇ ਇੱਥੇ ਲਿਖਣਾ ਪਿਆ ਮੈਨੂੰ। ਫਿਰ ਸੱਜੇ ਪਾਸੇ 1 ਆਉਂਦਾ, ਫਿਰ 3 ਆਉਂਦਾ, ਫਿਰ 13 ਆਉਂਦਾ। ਦੇਖੋ ਹੁਣ ਅਸੀਂ ਕੀ ਕੀਤਾ ਹੈ, ਇਹ ਹੈਗਾ ਵੱਧਦਾ ਕਰਮ। ਤੇ ਕਿੱਦਾਂ ਪ੍ਰਾਪਤ ਹੋਇਆ? ਖੱਬੇ ਤੋਂ ਸੱਜੇ। ਇਹ ਦੇਖੋ ਤੀਰ ਦੁਨਾ ਸੰਖਿਆ ਰੇਖਾ ਤੇ ਖੱਬੇ ਤੋਂ ਸੱਜੇ ਪਾਸੇ ਮੈਂ ਗਿਆ ਤੇ ਪਹਿਲਾਂ ਆ ਗਿਆ ਰਿਣਾਤਮਕ 420, ਫਿਰ ਰਿਣਾਤਮਕ 13, ਫਿਰ ਆ ਗਿਆ ਰਿਣਾਤਮਕ 1, ਫਿਰ 0, ਫਿਰ 1, ਫਿਰ 3 ਤੇ ਫਿਰ 13। ਇਹ ਹੈਗਾ ਖੱਬੇ ਤੋਂ ਸੱਜੇ ਜਾਣਾ। ਖੱਬੇ ਤੋਂ ਸੱਜੇ ਜਾਣਾ ਤੇ ਇਸ ਤਰਤੀਬ 'ਚ ਲਿਖਣਾ, ਇਹਨੂੰ ਕਹਿੰਦੇ ਵੱਧਦਾ ਕਰਮ। ਹੁਣ ਉਲਟਾ ਆ ਗਿਆ, ਘਟਦਾ ਕਰਮ। ਘਟਦੇ ਕਰਮ ਦਾ ਮਤਲਬ ਹੈ ਸੰਖਿਆਵਾਂ ਨੂੰ ਸਭ ਤੋਂ ਵੱਡੇ ਤੋਂ ਸਭ ਤੋਂ ਛੋਟੇ ਵੱਲ ਤਰਤੀਬਬੱਧ ਕਰਨਾ, ਜਾਂ ਸੰਖਿਆ ਰੇਖਾ ਤੇ ਸੱਜੇ ਤੋਂ ਖੱਬੇ ਵਾਲੇ ਪਾਸੇ ਜਾਣਾ। ਹੁਣ ਇਹ ਦੇਖੋ, ਇਹ ਸੰਖਿਆ ਨੇ ਸਾਰੀ ਉਲਟੀਆਂ ਕਰਤੀਆਂ, ਉਹੀ ਸੰਖਿਆਵਾਂ ਲਈਆਂ ਨੇ ਤਾਂ ਕਿ ਤੁਹਾਨੂੰ ਗੱਲ ਕਲੀਅਰ ਹੋ ਜਾਏ। ਦੋਨਾਂ ਨੂੰ ਜੋੜ ਕੇ ਪੜੋ। ਸੋ ਇਹ ਦੇਖੋ, ਸਭ ਤੋਂ ਵੱਡਾ 13, ਫਿਰ ਉਸ ਤੋਂ ਛੋਟੀ 3, ਉਸ ਤੋਂ ਛੋਟੀ 1, ਉਸ ਤੋਂ ਛੋਟਾ 0, ਉਸ ਤੋਂ ਛੋਟਾ ਰਿਣਾਤਮਕ 1। ਹੁਣ ਸੰਖਿਆ ਰੇਖਾ ਤੇ ਉਦਾਂ ਹੀ ਆਈਆਂ ਜਿੱਦਾਂ ਪਹਿਲੇ ਹੀ ਸੀਗਾ ਵੱਧਦੇ ਕਰਮ 'ਚ, ਪਰ ਹੁਣ ਕੀ ਹੈ, ਮੈਂ ਸੱਜੇ ਤੋਂ ਖੱਬੇ ਵਾਲੇ ਪਾਸੇ ਜਾਣਾ, ਸੱਜੇ ਤੋਂ ਖੱਬੇ, ਅਰਥਾਤ ਇੱਥੋਂ ਉਲਟਾ ਲਿਖਣਾ। ਪਹਿਲੇ 13 ਲਿਖਣਾ, ਫਿਰ 3 ਲਿਖਣਾ ਹੈ, ਫਿਰ 1 ਲਿਖਣਾ ਹੈ, ਫਿਰ 0 ਲਿਖਣਾ ਹੈ, ਫਿਰ ਰਿਣਾਤਮਕ 1, ਫਿਰ ਰਿਣਾਤਮਕ 13 ਤੇ ਫਿਰ ਰਿਣਾਤਮਕ 420। ਸੋ ਬੱਚਿਓ ਇਹ ਗੱਲਾਂ ਨੂੰ ਵੀ ਚੰਗੀ ਤਰ੍ਹਾਂ ਸਮਝ ਲਵੋ। ਵੱਧਦਾ ਕਰਮ ਮਤਲਬ ਕਿ ਸੰਖਿਆ ਰੇਖਾ ਤੇ ਖੱਬੇ ਤੋਂ ਸੱਜੇ ਵਾਲੇ ਪਾਸੇ ਜਾਣਾ, ਤੇ ਘਟਦਾ ਕਰਮ ਦਾ ਮਤਲਬ ਹੈ ਸੰਖਿਆ ਰੇਖਾ ਤੇ ਸੱਜੇ ਤੋਂ ਖੱਬੇ ਵਾਲੇ ਪਾਸੇ ਜਾਣਾ। ਹੁਣ ਆ ਗਿਆ ਬੱਚਾ ਜੋੜਾਤਮਕ ਤਤਸਮਕ। ਹੁਣ ਦੇਖੋ ਇਹ ਕਈ ਬੱਚਿਆਂ ਨੂੰ ਪਤਾ ਹੀ ਨਹੀਂ ਹੋਣਾ ਕਿਉਂਕਿ ਤੁਸੀਂ ਪੜ੍ਹਦੇ ਨਹੀਂ ਧਿਆਨ ਦੇ ਨਾਲ। ਇਹ ਚੰਗੀ ਤਰ੍ਹਾਂ ਕੰਠ ਕਰ ਲਓ ਇਹਨਾਂ ਨੂੰ। ਜੋੜਾਤਮਕ ਤਤਸਮਕ ਅਰਥਾਤ ਐਡੀਟਿਵ ਆਈਡੈਂਟੀਟੀ। 0 ਜਿਹੜਾ ਹੈ ਉਹਨੂੰ ਸੰਪੂਰਨ ਸੰਖਿਆਵਾਂ ਲਈ ਜੋੜਾਤਮਕ ਤਤਸਮਕ ਕਿਹਾ ਜਾਂਦਾ ਹੈ। ਬਸ
एक है लाइन ते दूजी है गल भी क्यों किया जाता है, क्योंकि तत्समक मैंने ਉਹੀ, तत् मैंने ਉਹੀ, समक मैंने बराबर, ਜਿਹਦੀ ਪਛਾਣ ਉਹੀ ਰਵੇ, ਜੋੜਾਤਮਕ ਜੋੜ ਕਰਕੇ ਵੀ ਕੋਈ ਫਰਕ ਨਾ ਪਵੇ, ਉਹਨੂੰ ਕਹਿੰਦੇ ਆ ਜੋੜਾਤਮਕ ਤਤਸਮਕ। ਕਿੱਦਾਂ ਦੇਖੋ ਕੋਈ ਫਰਕ ਕਿੱਦਾਂ ਨਹੀਂ ਪੈਂਦਾ, ਕਿਉਂਕਿ ਕਿਸੇ ਵੀ ਸੰਪੂਰਨ ਸੰਖਿਆ ਵਿੱਚ ਸਿਫਰ ਜੋੜਨ ਤੇ ਉਹੀ ਸੰਪੂਰਨ ਸੰਖਿਆ ਪ੍ਰਾਪਤ ਹੁੰਦੀ ਹੈ। ਜਿਵੇਂ ਕਿ 13 ਵਿੱਚ ਸਿਫਰ ਜੋੜਿਆ ਜਾਂ ਸਿਫਰ ਵਿੱਚ 13 ਜੋੜਿਆ, ਕੀ ਮਿਲਿਆ? 13 ਹੀ ਮਿਲਿਆ, ਅਰਥਾਤ 13 ਦਾ ਰੂਪ 13 ਹੀ ਰਿਹਾ। ਤਤਸਮਕ ਮੈਨੇ ਉਹੀ ਰੂਪ ਰਿਹਾ, ਉਹੀ ਪਛਾਣ ਰਹੀ। ਜਿੱਦਾਂ ਮੈਂ 12 ਚ 1 ਜੋੜਿਆ ਤੇ 13 ਬਣ ਗਿਆ, ਤੇ 12 13 ਚ ਤਬਦੀਲ ਹੋ ਗਿਆ, ਉਹਦਾ ਰੂਪ ਬਦਲ ਗਿਆ, ਉਹ ਤਤਸਮਕ ਨਹੀਂ ਹੈਗਾ। ਪਰ 13 ਕੀ ਹੈਗਾ? ਉਹ 13 13 ਹੀ ਰਿਹਾ, 13 ਬਦਲਿਆ ਨਹੀਂ। 13 ਵਿੱਚ ਜਿਹੜੇ ਸਿਫਰ ਜੋੜਿਆ ਜਾਂ ਸਿਫਰ ਵਿੱਚ 13 ਜੋੜਿਆ ਤੇ 13 ਹੀ ਰਿਹਾ। ਇਸ ਕਰਕੇ ਸਿਫਰ ਕੀ ਹੈ? ਇਹ ਜੋੜਾਤਮਕ ਤਤਸਮਕ ਹੈ, ਕਿਉਂਕਿ ਇਹਨੂੰ ਕਿਸੇ ਵੀ ਸੰਖਿਆ ਵਿੱਚ ਜੋੜਨ ਦੇ ਨਾਲ ਉਸ ਸੰਖਿਆ ਦਾ ਉਹੀ ਰੂਪ ਰਹਿੰਦਾ ਹੈ ਜੋ ਪਹਿਲਾਂ ਸੀ, ਕੋਈ ਫਰਕ ਨਹੀਂ ਪੈਂਦਾ, ਉਹੀ ਸੰਖਿਆ ਪ੍ਰਾਪਤ ਹੁੰਦੀ ਹੈ। ਉਸ ਚੀਜ਼ ਨੂੰ ਕਿਹਾ ਸਮ ਦਾ ਮਤਲਬ ਹੁੰਦਾ ਬਰਾਬਰ, ਸਮਕ ਤਤ ਮੈਨੇ ਉਹੀ ਗੱਲ ਬਣੀ ਰਵੇ, ਉਹੀ ਪਛਾਣ ਬਣੀ ਰਵੇ, ਸੰਖਿਆ ਦੇ ਵਿੱਚ ਕੋਈ ਫਰਕ ਨਾ ਪਵੇ, ਸੰਖਿਆ ਦੇ ਮੁੱਲ ਵਿੱਚ ਕੋਈ ਫਰਕ ਨਾ ਪਵੇ। 13 ਦਾ 13 ਰਿਹਾ ਤੇ ਰਿਣਾਤਮਕ 13 ਦਾ ਰਿਣਾਤਮਕ 13 ਹੀ ਰਿਹਾ। ਸੋ ਇਦਾਂ ਦੇ ਬੱਚੋ ਕਿਸੇ ਵੀ 5 ਵਿੱਚ ਸਿਫਰ ਜੋੜ ਲਓ 5 ਰਹੇਗਾ, 1 ਵਿੱਚ ਸਿਫਰ ਜੋੜ ਲਓ 1 ਰਹੇਗਾ, ਸਿਫਰ ਵਿੱਚ ਸਿਫਰ ਜੋੜ ਲਓ ਸਿਫਰ ਰਹੇਗਾ, ਹੈ ਨਾ। ਜਿਹੜੀ ਮਰਜ਼ੀ 1 ਲੱਖ ਵਿੱਚ ਸਿਫਰ ਜੋੜ ਲਓ 1 ਲੱਖ ਰਹੇਗਾ। ਸੋ ਸਿਫਰ ਕੀ ਹੈਗਾ ਬੱਚਿਓ? ਇਸ ਕਰਕੇ ਅਸੀਂ ਕਹਿੰਦੇ ਹਾਂ ਸਿਫਰ ਨੂੰ ਜੋੜਾਤਮਕ ਤਤਸਮਕ। ਠੀਕ ਹੈ, ਅੱਗੇ ਚਲੀਏ। ਹੁਣ ਆ ਗਿਆ ਬੱਚੋ ਜੋੜਾਤਮਕ ਉਲਟ। ਜੋੜਾਤਮਕ ਉਲਟ ਕੀ ਹੁੰਦਾ ਹੈ? ਜੇ ਦੋ ਸੰਪੂਰਨ ਸੰਖਿਆਵਾਂ ਦਾ ਜੋੜ ਫਲ ਸਿਫਰ ਹੋਵੇ ਤਾਂ ਦੋਵੇਂ ਸੰਖਿਆਵਾਂ ਇੱਕ ਦੂਜੇ ਦਾ ਜੋੜਾਤਮਕ ਉਲਟ ਅਖਵਾਉਂਦੀਆਂ ਹਨ। ਰੱਟਾ ਲਾ ਲਓ, ਕੰਠ ਕਰ ਲਓ। ਕੋਈ ਦੋ ਸੰਪੂਰਨ ਸੰਖਿਆਵਾਂ ਲੈ ਲਓ, ਜੇ ਉਹਨਾਂ ਨੂੰ ਜੋੜ ਕੇ ਉਹਦਾ ਜੋ ਜੋੜ ਫਲ ਆਵੇ ਉਹ ਆਵੇ ਕੀ ਆਵੇ? ਸਿਫਰ ਆਵੇ, ਤੇ ਦੋਨੋਂ ਸੰਖਿਆਵਾਂ ਇੱਕ ਦੂਜੇ ਦਾ ਜੋੜਾਤਮਕ ਉਲਟ ਹੋਣਗੀਆਂ। ਹੁਣ ਦੇਖਿਓ ਕਿੱਦਾਂ ਹੁੰਦੀਆਂ, ਕਿਹੜੀਆਂ ਨੇ? ਅਸੀਂ ਦੇਖਦੇ ਹਾਂ ਕਿ ਇੱਕ ਸੰਪੂਰਨ ਸੰਖਿਆ ਅਤੇ ਉਸਦੇ ਰਿਣਾਤਮਕ ਦਾ ਜੋੜ ਫਲ ਸਿਫਰ ਹੁੰਦਾ ਹੈ। ਠੀਕ ਹੈ ਨਾ। 1 ਚ ਜੋੜੋ ਸਿਫਰ 1, 1 ਚ ਜੋੜੋ ਰਿਣਾਤਮਕ 1 ਤਾਂ ਜੋ ਆਏਗਾ। 5 ਵਿੱਚ ਜੋੜੋ ਰਿਣਾਤਮਕ 5 ਤਾਂ ਸਿਫਰ ਆਏਗਾ। 13 ਵਿੱਚ ਜੋੜੋ ਰਿਣਾਤਮਕ 13 ਤਾਂ ਸਿਫਰ ਆਏਗਾ। ਰਿਣਾਤਮਕ 13 ਵਿੱਚ ਜੋੜੋ 13 ਤਾਂ ਸਿਫਰ ਆਏਗਾ। ਅਰਥਾਤ ਕਿਸੇ ਵੀ ਸੰਪੂਰਨ ਸੰਖਿਆ a ਲਈ a ਜਮਾ ਰਿਣਾਤਮਕ a, ਉਹਦਾ ਰਿਣਾਤਮਕ ਕਰ ਦਿਓ, ਬਰਾਬਰ ਰਿਣਾਤਮਕ a ਜਮਾ a ਬਰਾਬਰ ਸਿਫਰ। ਸੰਖਿਆ ਨੂੰ ਰਿਣਾਤਮਕ 1 ਨਾਲ ਗੁਣਾ ਕਰਕੇ ਜੋੜਾਤਮਕ ਉਲਟ ਮਿਲਦਾ ਹੈ। ਸਵਾਲ ਆ ਸਕਦਾ 1 ਨੰਬਰ ਦਾ, ਸਾਨੂੰ ਜੋੜਾਤਮਕ ਉਲਟ ਕਿਵੇਂ ਪ੍ਰਾਪਤ ਹੁੰਦਾ ਹੈ? ਕਿਸੇ ਵੀ ਸੰਖਿਆ ਦਾ ਜੋੜਾਤਮਕ ਉਲਟ ਕਿਵੇਂ ਪ੍ਰਾਪਤ ਹੁੰਦਾ ਹੈ? ਤੇ ਉਹਦਾ ਬੱਚੋ ਇੱਕ ਲਾਈਨ ਵਿੱਚ ਜਵਾਬ ਹੈਗਾ, ਦਿੱਤੀ ਹੋਈ ਸੰਖਿਆ ਨੂੰ ਰਿਣਾਤਮਕ 1 ਨਾਲ ਗੁਣਾ ਕਰਕੇ ਜੋੜਾਤਮਕ ਉਲਟ ਮਿਲਦਾ ਹੈ। ਬੜੀ ਕਮਾਲ ਦੀ ਗੱਲ ਹੈ। ਇਹ ਸਿਧਾਂਤ ਨੇ ਬੱਚੇ ਬੜੇ ਕੀਮਤੀ। 1 ਨੰਬਰ ਦਾ ਸਵਾਲ ਆਏਗਾ ਤੇ ਇਹ ਜਵਾਬ ਲਿਖ ਲੈਣਾ ਤੇ ਪੂਰੇ ਵੱਡਾ ਪੂਰੇ ਨੰਬਰ, ਤੇ ਟੀਚਰ ਵੀ ਕਹੇਗਾ ਲੈ ਵੀ ਯਾਰ ਜਿਸ ਵਿਦਿਆਰਥੀ ਨੇ ਜਵਾਬ ਲਿਖਿਆ ਉਹ ਬੜਾ ਸਿਆਣਾ ਹੈ। ਇਹ ਦੇਖੋ a ਦਾ ਜੋੜਾਤਮਕ ਉਲਟ ਹੈ ਰਿਣਾਤਮਕ a, ਅਤੇ ਰਿਣਾਤਮਕ a ਦਾ ਹੈ a, ਮਤਲਬ ਕਿ ਦੋਨਾਂ ਦਾ ਦੇਖੋ a ਦਾ ਜਿੱਥੇ ਪੋਜ਼ਿਟਿਵ ਸਾਈਨ ਨਹੀਂ ਲੱਗਾ ਹੋਇਆ ਉੱਥੇ ਜਿੱਥੇ ਪੋਜ਼ਿਟਿਵ ਸਾਈਨ ਹੈਗਾ ਉੱਥੇ ਨੈਗੇਟਿਵ ਲਗਾ ਦਿਓ, ਤੇ ਜਿੱਥੇ ਨੈਗੇਟਿਵ ਹੈਗਾ ਉਹਨੂੰ ਹਟਾ ਦਿਓ, ਉਹ ਉਹਦਾ ਆ ਜਾਏਗਾ ਜੋੜਾਤਮਕ ਉਲਟ। ਸੋ a ਦਾ ਰਿਣਾਤਮਕ a ਤੇ ਰਿਣਾਤਮਕ a ਦਾ a। ਇਹ ਦੇਖੋ ਸੋ 13 ਦਾ ਜੋੜਾਤਮਕ ਉਲਟ ਹੈਗਾ ਰਿਣਾਤਮਕ 13, ਤੇ ਰਿਣਾਤਮਕ 13 ਦਾ ਜੋੜਾਤਮਕ ਉਲਟ ਹੈ, ਇਹਨੂੰ ਇਹ ਕੀਤਾ ਮਾਈਨਸ ਮਾਈਨਸ ਪਲੱਸ ਹੋ ਗਿਆ ਤੇ 13 ਆ ਗਿਆ। ਇਹ ਵੀ ਬੜੀ ਬੱਚਿਓ ਮਹੱਤਵਪੂਰਨ ਚੀਜ਼ ਹੈਗੀ ਹੈ ਸਿਧਾਂਤਕ ਤੌਰ ਤੇ, ਜੋੜਾਤਮਕ ਉਲਟ। ਆਓ ਹੁਣ ਇੱਕ ਹੋਰ ਕਰੀਏ ਆਖਰੀ, ਤੇ ਫਿਰ ਥੋੜੇ ਨੁਕਤੇ ਨੇ ਅਗਲੀ ਸਲਾਈਡ ਵਿੱਚ। ਗੁਣਾਤਮਕ ਤਤਸਮਕ, ਪਹਿਲੇ ਸੀ ਜੋੜਾਤਮਕ ਤਤਸਮਕ। ਤਤਸਮਕ ਬੱਚਿਓ ਮੈਂ ਕੀ ਕਿਹਾ? ਤਤਸਮਕ ਮੈਨੇ ਉਹੀ ਦੀ ਉਹੀ ਗੱਲ ਰਵੇ, ਪਛਾਣ ਉਹੀ ਰਵੇ, ਨੰਬਰ ਵਿੱਚ ਕੋਈ ਫਰਕ ਨਾ ਆਵੇ, ਸੰਖਿਆ ਦੇ ਵਿੱਚ ਕੋਈ ਫਰਕ ਨਾ ਆਵੇ। ਪਹਿਲੇ ਸੀ ਜੋੜਾਤਮਕ, ਜੋੜ ਕੇ ਕੀ ਜੋੜਿਆ ਸੀ? ਸਿਫਰ ਜੋੜਿਆ, ਕੋਈ ਫਰਕ ਨਹੀਂ ਪਿਆ। ਹੁਣ ਇਹ ਗੁਣਾਤਮਕ, ਗੁਣਾ ਕਰਕੇ ਕਿਹੜੀ ਸੰਖਿਆ ਨਾਲ ਗੁਣਾ ਕਰੀਏ ਕਿ ਸੰਖਿਆ ਦੇ ਮੁੱਲ ਵਿੱਚ ਕੋਈ ਫਰਕ ਨਹੀਂ ਪਏਗਾ? ਤੇ ਬੱਚੇ ਉਹ ਹੈਗਾ 1। 1 ਨੂੰ ਇਹ ਦੇਖੋ ਨੰਨੇ ਤੇ ਟਿੱਪੀ ਪੈ ਗਈ ਤੇ ਬੱਚੇ ਦੁਲੈਂਕੜ ਪਾਣਾ ਮੈਂ ਭੁੱਲ ਹੀ ਗਿਆ। ਓਹੋ ਦੇਖੋ ਬੱਚਿਓ ਕਿੱਦਾਂ ਟਾਈਪਿੰਗ ਗਲਤੀਆਂ ਹੋ ਜਾਂਦੀਆਂ, ਮੈਂ ਕੀ ਕਰਾਂ ਹੁਣ, ਗਲਤੀਆਂ ਹੋ ਜਾਂਦੀਆਂ। ਲਓ ਜੀ ਮੈਂ ਦੁਲੈਂਕੜ ਪਾਤਾ ਵੱਡਾ ਸਾਰਾ, ਓਹੋ ਇਹ ਤੇ ਜ਼ਿਆਦਾ ਹੀ ਵੱਡਾ ਦੁਲੈਂਕੜ ਪੈ ਗਿਆ। ਕੋਈ ਗੱਲ ਨਹੀਂ ਬੱਚਿਓ, ਠੀਕ ਹੈ, ਮੋਟਾ ਵਾਲਾ ਪੈ ਗਿਆ, ਕੋਈ ਗੱਲ ਨਹੀਂ। 1 ਨੂੰ ਇਹ ਬੱਚੇ ਦੁਲੈਂਕੜ ਹੈਗਾ, ਹੋਰ ਤਰ੍ਹਾਂ ਲੱਗਾ ਇਹ ਦੁਲੈਂਕੜ ਹੈਗਾ, ਠੀਕ ਹੈ। 1 ਨੂੰ
ਸੰਪੂਰਨ ਸੰਖਿਆਵਾਂ ਲਈ ਗੁਣਾਤਮਕ ਤਤਸਮਕ ਕਿਹਾ ਜਾਂਦਾ ਹੈ। ਕਿਉਂਕਿ ਕਿਸੇ ਵੀ ਸੰਪੂਰਨ ਸੰਖਿਆ ਨੂੰ ਇੱਕ ਨਾਲ ਗੁਣਾ ਕਰਨ ਤੇ ਉਹੀ ਸੰਪੂਰਨ ਸੰਖਿਆ ਪ੍ਰਾਪਤ ਹੁੰਦੀ ਹੈ। ਇੱਕ ਨਾਲ ਗੁਣਾ ਕਰਕੇ ਕਿਸੇ ਵੀ ਸੰਪੂਰਨ ਸੰਖਿਆ ਦੇ ਰੂਪ ਵਿੱਚ, ਉਹਦੀ ਪਛਾਣ ਵਿੱਚ, ਉਹਦੇ ਮੁੱਲ ਵਿੱਚ ਕੋਈ ਫਰਕ ਨਹੀਂ ਪੈਂਦਾ। ਇਹ ਦੇਖੋ 13 ਗੁਣਾ 1 ਜਾਂ 1 ਗੁਣਾ 13 ਬਰਾਬਰ 13। ਰਿਣਾਤਮਕ 13 ਗੁਣਾ 1 ਜਾਂ 1 ਗੁਣਾ ਰਿਣਾਤਮਕ 13 ਰਿਣਾਤਮਕ 13, ਕੋਈ ਫਰਕ ਨਹੀਂ ਪਿਆ। ਜਿਹਦੇ ਨਾਲ ਕੋਈ ਫਰਕ ਨਹੀਂ ਪਿਆ ਉਹਨੂੰ ਕਹਿੰਦੇ ਤਤਸਮਕ, ਤੇ ਹੈਗੀ ਹੈ ਗੁਣਾਤਮਕ, ਗੁਣਾ ਕਰਕੇ। ਠੀਕ ਹੈ ਬੱਚਿਓ, ਇਹ ਗੱਲ ਨੂੰ ਵੀ ਚੰਗੀ ਤਰ੍ਹਾਂ ਚੇਤਾ ਰੱਖ ਲਿਓ। ਸੋ ਜੋ ਸਿਫਰ ਹੈਗਾ ਉਹ ਹੈਗਾ ਜੋੜਾਤਮਕ ਤਤਸਮਕ, ਤੇ ਜੋ 1 ਹੈਗਾ ਉਹ ਹੈਗਾ ਗੁਣਾਤਮਕ ਤਤਸਮਕ। ਹੁਣ ਆਖਰੀ ਗੱਲਾਂ ਬੱਚਿਓ 4 ਮਹੱਤਵਪੂਰਨ। ਹਰੇਕ ਸੰਪੂਰਨ ਸੰਖਿਆ a ਲਈ a ਗੁਣਾ 0 ਬਰਾਬਰ 0, ਅਰਥਾਤ ਕਿਸੇ ਵੀ ਸੰਪੂਰਨ ਸੰਖਿਆ ਨੂੰ, ਚਾਹੇ ਉਹ ਧਨਾਤਮਕ ਹੈ ਚਾਹੇ ਉਹ ਰਿਣਾਤਮਕ ਹੈ, ਛੋਟੀ ਤੋਂ ਛੋਟੀ, ਵੱਡੀ ਤੋਂ ਵੱਡੀ, ਜਦੋਂ ਤੁਸੀਂ 0 ਦੇ ਨਾਲ ਗੁਣਾ ਕਰਦੇ ਹੋ ਉਹਦਾ ਜੋੜਫਲ ਆਏਗਾ 0। ਇਹ ਦੇਖੋ, ਸੋ 13 ਗੁਣਾ 0 ਬਰਾਬਰ 0 ਅਤੇ ਰਿਣਾਤਮਕ 13 ਗੁਣਾ 0 ਬਰਾਬਰ 0। ਅਗਲੀ ਗੱਲ, ਹਰੇਕ ਸੰਪੂਰਨ ਸੰਖਿਆ a ਲਈ 0 ਨੂੰ ਛੱਡ ਕੇ, ਕਿਉਂਕਿ 0 ਨੂੰ ਛੱਡ ਕੇ, ਕਿਉਂਕਿ 0 ਵੀ ਸੰਪੂਰਨ ਸੰਖਿਆ ਹੈ, ਅਰਥਾਤ ਇਹ ਵਾਲਾ ਅਸੂਲ 0 ਤੇ ਲਾਗੂ ਨਹੀਂ ਹੁੰਦਾ। a ਬਟਾ a ਭਾਗ a ਬਰਾਬਰ 1। ਕਿਸੇ ਵੀ ਸੰਖਿਆ ਨੂੰ ਉਸੇ ਸੰਖਿਆ ਨਾਲ ਭਾਗ ਕਰਕੇ 1 ਮਿਲਦਾ ਹੈ, ਪਰ ਉਹ ਸੰਖਿਆ 0 ਨਹੀਂ ਹੋਣੀ ਚਾਹੀਦੀ, ਅਰਥਾਤ 13 ਭਾਗ 13 1, ਰਿਣਾਤਮਕ 13 ਭਾਗ ਰਿਣਾਤਮਕ 13 1। ਠੀਕ ਹੈ, ਇਹ ਵੀ ਚੇਤਾ ਰੱਖਣਾ। ਅਗਲੀ ਗੱਲ, ਹਰੇਕ ਸੰਪੂਰਨ ਸੰਖਿਆ a ਲਈ ਫਿਰ 0 ਨੂੰ ਛੱਡ ਕੇ 0 ਭਾਗ a ਬਰਾਬਰ 0, ਅਰਥਾਤ 0 ਨੂੰ ਕਿਸੇ ਵੀ ਸੰਖਿਆ ਨਾਲ ਭਾਗ ਕਰ ਦਿਓ, ਰਿਣਾਤਮਕ ਹੋਵੇ, ਧਨਾਤਮਕ ਹੋਵੇ, ਵੱਡੀ ਤੋਂ ਵੱਡੀ ਹੋਵੇ, ਛੋਟੀ ਤੋਂ ਛੋਟੀ ਹੋਵੇ, ਪਰ 0 ਨਾ ਹੋਵੇ, ਉਹਦਾ ਭਾਗਫਲ ਆਏਗਾ 0। 0 ਭਾਗ 13 0, 0 ਭਾਗ ਰਿਣਾਤਮਕ 13 0। ਤੇ ਅਗਲੀ ਗੱਲ, ਕਿਸੇ ਵੀ ਸੰਪੂਰਨ ਸੰਖਿਆ ਲਈ a ਲਈ a ਭਾਗ 0, ਇੱਥੇ ਕਹਿੰਦਾ ਵੀ 0 ਨੂੰ ਛੱਡ ਕੇ a ਭਾਗ 0 ਪਰਿਭਾਸ਼ਿਤ ਨਹੀਂ ਹੈ। ਇਹ ਪਰਿਭਾਸ਼ਿਤ ਨਹੀਂ ਹੈਗਾ। ਤੇ ਕਿਉਂ ਪਰਿਭਾਸ਼ਿਤ ਨਹੀਂ ਹੈਗਾ ਬੱਚਿਓ, ਇਹਦਾ ਮੈਂ ਇੱਕ ਅਲੱਗ ਵੀਡੀਓ ਬਣਾਇਆ ਹੈ। ਉਹਨੂੰ ਮੈਂ ਤੁਹਾਡੀ 7ਵੀਂ ਜਮਾਤ ਦੀ ਜੋ ਗਣਿਤ ਦੀ ਕਿਤਾਬ ਹੈ, ਗਣਿਤ ਦਾ ਜੋ ਪਲੇਲਿਸਟ ਹੈ, ਉਹਦੇ ਵਿੱਚ ਮੈਂ ਉਸ ਵੀਡੀਓ ਨੂੰ ਪਾ ਦੇਵਾਂਗਾ। ਤੁਸੀਂ ਉਹ ਜ਼ਰੂਰ ਦੇਖਿਓ ਕਿ a ਬਟਾ ਭਾਗ a ਭਾਗ 0, a ਡਿਵਾਈਡਡ ਬਾਈ 0, ਵਾਈ ਇਜ਼ ਇਟ ਨਾਟ ਡਿਫਾਈਨਡ, ਇਹ ਪਰਿਭਾਸ਼ਿਤ ਕਿਉਂ ਨਹੀਂ ਹੈ, ਇਹਦਾ ਕੀ ਕਾਰਨ ਹੈ, ਇਹ ਸਾਨੂੰ ਪਤਾ ਹੋਣਾ ਚਾਹੀਦਾ ਹੈ। ਤੇ ਉਹ ਤੁਸੀਂ ਅਲੱਗ ਵੀਡੀਓ ਦੇਖਿਓ ਕਿ 0 ਦੇ ਨਾਲ ਭਾਗ ਕਿਉਂ ਪਰਿਭਾਸ਼ਿਤ ਨਹੀਂ ਹੈ। ਸੋ ਐਸੀ ਪਿਆਰੇ ਵਿਦਿਆਰਥੀਓ, ਤੁਹਾਡੀਆਂ ਪਾਠ ਪਹਿਲਾ ਸੰਪੂਰਨ ਸੰਖਿਆਵਾਂ ਦਾ ਪਰਿਭਾਸ਼ਾਵਾਂ ਅਤੇ ਸਿਧਾਂਤ ਦਾ ਭਾਗ ਪਹਿਲਾ, ਮੈਂ ਤੁਹਾਨੂੰ ਫਿਰ ਪ੍ਰੇਰਣਾ ਕਰਦਾ, ਇਹਨੂੰ ਚੰਗੀ ਤਰ੍ਹਾਂ ਦੇਖੋ, ਵੀਡੀਓ ਨੂੰ ਨੋਟ ਡਾਊਨ ਕਰ ਲਓ ਸਾਰੀ ਗੱਲਾਂ ਤੇ ਬਾਰ-ਬਾਰ ਚੇਤੇ ਕਰੋ, ਤੇ ਤੁਸੀਂ ਗਣਿਤ ਦੇ ਇੱਕੋਦਮ ਮਾਹਰ ਬਣ ਜਾਓਗੇ। ਸੋ ਪਿਆਰੇ ਵਿਦਿਆਰਥੀਓ, ਤੁਸੀਂ ਇਸੇ ਤਰ੍ਹਾਂ ਮਨ ਲਗਾ ਕੇ ਅਨੁਸ਼ਾਸਨ ਦੇ ਨਾਲ ਆਪਣੀ ਪੜ੍ਹਾਈ ਕਰੀ ਚੱਲੋ, ਤੇ ਅਗਲੇ ਵੀਡੀਓ ਤੱਕ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਰੱਬ ਰਾਖਾ।